ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1375 ਤੇ ਉਤੋਂ 3 ਪੰਕਤੀਆਂ ਛੱਡ ਕੇ ਹੈ 197 ਨੰਬਰ ਤੋਂ ਬਾਅਦ। ਕਬੀਰ ਹਜ ਕਾਬੈ ਹੋਏ ਹੋਏ ਗਿਆ, केती बार कबीर साईं मुझ में क्या खता, मुखों न बोले पीर। हज काबे होए है गया। कबीर साहब कहते कल मैं दसे काबा जिहड़ा है सऊदी अरब है, ये देश का नाम है कि ਮੁਹੰਮਦ ਸਾਹਿਬ ਸਾਊਦੀ ਅਰਬ ਦੇ ਰਹਿਣ ਵਾਲੇ ਸਨ। ਉਹਨਾਂ ਨੇ ਅੱਜ ਤੋਂ ਤਕਰੀਬਨ 1400 ਸਾਲ ਪਹਿਲਾਂ ਇਹ ਜਿਹੜਾ ਇਸਲਾਮ ਧਰਮ ਚਾਲੂ ਕੀਤਾ ਸੀ। ਜਿਵੇਂ ਸਿੱਖ ਧਰਮ ਗੁਰੂ ਨਾਨਕ ਦੇਵ ਨੇ ਚਾਲੂ ਕੀਤਾ, ਇਸਲਾਮ ਧਰਮ ਮੁਹੰਮਦ ਸਾਹਿਬ ਨੇ ਸ਼ੁਰੂ ਕੀਤਾ। ਉਹ ਜਿਹੜਾ ਸੀ ਸਾਊਦੀ ਅਰਬ ਦੇ ਰਹਿਣ ਵਾਲੇ ਸਨ। ਸਾਊਦੀ ਅਰਬ ਦੇ ਵਿੱਚ ਇੱਕ ਸ਼ਹਿਰ ਹੈ ਮੱਕਾ। ਮੱਕੇ ਸ਼ਹਿਰ ਦੇ ਵਿੱਚ ਮੁਸਲਮਾਨਾਂ ਦੀ ਸਭ ਤੋਂ ਪ੍ਰਸਿੱਧ ਮਸੀਤ ਜਿਹੜੀ ਹੈ ਉਹ ਹੈ ਕਾਬਾ। ਹਰ ਇੱਕ ਮੁਸਲਮਾਨ ਨੂੰ ਹੁਕਮ ਹੈ ਕਿ ਉਹਨੇ ਸਾਰੀ ਉਮਰ 'ਚ ਇੱਕ ਵਾਰ ਕਾਬੇ ਜ਼ਰੂਰ ਜਾਣਾ। ਸੋ ਜਿਹੜਾ ਆਪਾਂ ਧਾਰਮਿਕ ਸਥਾਨ ਦੀ ਯਾਤਰਾ ਕਰਦੇ ਹਾਂ, ਮੁਸਲਮਾਨ ਕਹਿੰਦੇ ਉਸ ਨੂੰ ਹਜ। ਕਬੀਰ ਸਾਹਿਬ ਕਿਉਂਕਿ ਮੁਸਲਮਾਨ ਸਨ, ਇਸ ਲਈ ਉਹਨਾਂ ਨੇ ਫਿਰ ਉਹੀ ਸ਼ਬਦ ਜ਼ਿਆਦਾ ਵਰਤੇ ਹਨ। ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੇਤੀ ਵਾਰ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਕਿੰਨੀ ਵਾਰ ਕਾਬੇ ਹਜ ਕਰਨ ਗਿਆ। ਇੱਕ ਵਾਰ ਨਹੀਂ, ਮੈਂ ਕਦੇ ਕਈ ਵਾਰ ਹਜ ਕਰਨ ਗਿਆ। ਸਾਈਂ ਮੁਝ ਮੈਂ ਕਿਆ ਖਤਾ, ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਖਤਾ। ਖਤਾ ਉਰਦੂ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਗਲਤੀ, ਕਸੂਰ, ਗੁਨਾਹ। ਸਾਈਂ ਮੁਝ ਮੈਂ ਕਿਆ ਖਤਾ, ਹੈ ਪਰਮਾਤਮਾ ਮੇਰੇ 'ਚ ਕੀ ਨੁਕਸ ਹੈ। ਮੁਖੋਂ ਨਾ ਬੋਲੇ ਪੀਰ, ਜਿਸ ਪੀਰ ਨੂੰ ਮੈਂ ਕਾਬੇ ਮਿਲਣ ਗਿਆ ਉਹ ਤਾਂ ਮੁੱਖੋਂ ਬੋਲਦੇ ਨਹੀਂ, ਉਹ ਤਾਂ ਮੇਰੇ ਗੱਲ ਹੀ ਨਹੀਂ ਕਰਦਾ। ਜਿਵੇਂ ਤੁਸੀਂ ਕਿਸੇ ਨੂੰ ਮਿਲਣ ਜਾਓ, ਅੱਗੋਂ ਤੁਹਾਡਾ ਗੱਲ ਹੀ ਨਾ ਕਰੇ। ਦੂਜੀ ਵਾਰ ਜਾਓ, ਤੀਜੀ ਵਾਰੀ ਜਾਓ, ਚੌਥੀ ਵਾਰ ਜਾਓ, ਪੰਜਵੀਂ ਵਾਰ ਜਾਓ, ਉਹ ਤੁਹਾਡਾ ਗੱਲ ਹੀ ਨਾ ਕਰੇ, ਤਾਂ ਬੰਦਾ ਸੋਚਦਾ ਮੇਰੇ 'ਚ ਕੋਈ ਨੁਕਸ ਹੋਣਾ ਵੀ ਮੇਰੇ ਨਾਲ ਗੱਲ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ ਮੈਂ ਕਈ ਵਾਰ ਹਜ ਕਰਨ ਲਈ ਕਾਬੇ ਗਿਆ। ਹੇ ਪਰਮਾਤਮਾ ਮੇਰੇ 'ਚ ਕੀ ਨੁਕਸ ਹੈ, ਮੇਰੇ ਤੋਂ ਕੀ ਗਲਤੀ ਹੋ ਗਈ ਹੈ। ਮੁੱਖੋਂ ਨਾ ਬੋਲੇ ਪੀਰ, ਜਿਹੜਾ ਪੀਰ ਹੈ ਉਹ ਮੁੱਖ ਤੋਂ ਮੇਰੇ ਨਾਲ ਬੋਲਦਾ ਨਹੀਂ ਹੈ। ਹੁਣ ਇਹਦੇ ਵਿੱਚ ਜਵਾਬ ਨਹੀਂ ਦਿੱਤਾ ਹੋਇਆ। ਕਈ ਵਾਰ ਜਵਾਬ ਕੁਝ ਲਾਈਨਾਂ ਛੱਡ ਕੇ ਫਿਰ ਦਿੱਤਾ ਹੁੰਦਾ ਵੀ ਉਹ ਕਿਉਂ ਨਹੀਂ ਬੋਲਦਾ। ਉਹ ਇਸ ਲਈ ਨਹੀਂ ਬੋਲਦਾ ਵੀ ਕਬੀਰ ਦੂਜੇ ਲੋਕ ਦੇ ਅਗਿਆਨੀ ਨੇ, ਉਹਨਾਂ ਨੂੰ ਤਾਂ ਗਿਆਨ ਨਹੀਂ ਹੈ। ਤੈਨੂੰ ਤਾਂ ਗਿਆਨ ਹੈ ਕਿ ਮੈਂ ਸਭ ਥਾਂ 'ਤੇ ਵਸਦਾ ਹਾਂ। ਤੂੰ ਕਿਉਂ ਇਹ ਸਮਝੀ ਬੈਠਾ ਮੈਂ ਕਾਬੇ 'ਚ ਹੀ ਵਸਦਾ ਹਾਂ। ਤੂੰ ਇਹ ਸਮਝੀ ਬੈਠਾ ਮੈਂ ਕਾਬੇ 'ਚ ਵਸਦਾ ਹਾਂ, ਤੂੰ ਵਾਰੀ ਵਾਰੀ ਇੱਥੇ ਆਉਣਾ। ਮੈਂ ਤਾਂ ਸਭ ਦੇ ਵਿੱਚ ਵਸਦਾ ਹਾਂ, ਸਭ ਥਾਂ 'ਤੇ ਵਸਦਾ, ਤੇਰੇ ਵਿੱਚ ਵੀ ਵਸਦਾ ਹਾਂ। ਤੂੰ ਆਪਣੇ ਅੰਦਰੋਂ ਹੀ ਮੈਨੂੰ ਪ੍ਰਗਟ ਕਰ ਲੈ। ਤੂੰ ਵਾਰੀ ਵਾਰੀ ਇੱਥੇ ਕੀ ਕਰਨਾ। ਉਹਨੇ ਕਹਿੰਦੇ ਇਸ ਲਈ ਸਾਈ ਨਹੀਂ ਬੋਲਦਾ, ਕਿਉਂਕਿ ਇੱਕ ਅਗਿਆਨੀ ਬੰਦਾ ਹੁੰਦਾ, ਇੱਕ ਗਿਆਨਵਾਨ ਹੁੰਦਾ। ਅਗਿਆਨੀ ਕੋਈ ਗਲਤੀ ਕਰਦਾ ਹੈ ਉਹਨੂੰ ਬਹੁਤੀ ਸਜ਼ਾ ਨਹੀਂ ਮਿਲਦੀ। ਗਿਆਨਵਾਨ ਗਲਤੀ ਕਰਦਾ ਹੈ ਉਹਨੂੰ ਸਜ਼ਾ ਜ਼ਿਆਦਾ ਮਿਲਦੀ ਹੈ। ਵੀ ਤੈਨੂੰ ਤਾਂ ਗਿਆਨ ਸੀ। ਅਗਿਆਨੀ ਤਾਂ ਕਹੇ ਜੀ ਮੈਨੂੰ ਤਾਂ ਗਿਆਨ ਨਹੀਂ ਸੀ, ਮੈਨੂੰ ਪਤਾ ਨਹੀਂ ਸੀ, ਪਤਾ ਹੁੰਦਾ ਮੈਂ ਨਾ ਕਰਦਾ। ਜਿਵੇਂ ਮੰਨ ਲਓ
ਕਿਹਦਾ ਬਾਪ ਵੀ ਸ਼ਰਾਬ ਪੀਂਦਾ, ਅੱਗੇ ਪੁੱਤਰ ਵੀ ਲੱਗ ਗਿਆ। ਬਾਪ ਨੂੰ ਕਹੇ ਨਹੀਂ ਤੂੰ ਨਾ ਪੀਆ ਕਰ, ਉਹਨੂੰ ਕੋਈ ਗਿਆਨ ਨਹੀਂ, ਉਹ ਸਮਝਦਾ ਵੀ ਪੀਣੀ ਚਾਹੀਦੀ ਹੈ। ਇੱਕ ਨੂੰ ਸਤਸੰਗ ਕਰਕੇ ਗਿਆਨ ਹੋ ਗਿਆ ਨਹੀਂ ਪੀਣੀ ਚਾਹੀਦੀ। ਹੁਣ ਇੱਕ ਅਗਿਆਨੀ ਵੀ ਪੀ ਰਿਹਾ, ਇੱਕ ਗਿਆਨਵਾਨ ਵੀ ਪੀ ਰਿਹਾ, ਤਾਂ ਸਜ਼ਾ ਗਿਆਨਵਾਨ ਨੂੰ ਜ਼ਿਆਦਾ ਮਿਲੇਗੀ। ਤੈਨੂੰ ਤਾਂ ਪਤਾ ਸੀ, ਤੂੰ ਕਿਉਂ ਕੀਤਾ? ਤੂੰ ਕਿਉਂ ਕੀਤਾ? ਜਿਵੇਂ ਕਈ ਵਾਰੀ ਕਿਹਾ ਤੁਸੀਂ ਅਤੇ ਮੈਂ ਇੱਕੋ ਹੀ ਗਲਤੀ ਕੀਤੀ। ਆਪਣੇ 'ਚੋਂ ਦੋ ਮੇਰੇ ਨਾਲ ਕੋਈ ਹੋਰ ਇੱਕ ਮਰ ਗਿਆ ਹੈ ਤੁਹਾਡੇ 'ਚੋਂ, ਉੱਥੇ ਨੂੰ ਕੁੱਟ ਪੈਣੀ। ਉਹ ਜਿਹੜਾ ਨਾਲ ਮਰਿਆ ਹੈ ਉਹਨੂੰ ਕੁੱਟ ਘੱਟ ਪੈਣੀ ਹੈ, ਮੈਨੂੰ ਜ਼ਿਆਦਾ ਪੈਣੀ ਹੈ। ਵੀ ਤੈਨੂੰ ਤਾਂ ਪਤਾ ਸੀ, ਤੈਨੂੰ ਤਾਂ ਪਤਾ ਸੀ, ਤੂੰ ਤਾਂ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਤੈਨੂੰ ਤਾਂ ਬਾਣੀ ਕਥਾ ਵਾਰਤਾ ਕਰਦੇ, ਬਾਣੀ ਦਾ ਤੈਨੂੰ ਗਿਆਨ, ਤੂੰ ਕਿਉਂ ਕੀਤਾ ਹੈ? ਤੂੰ ਕਿਉਂ ਕੀਤਾ? ਇਸ ਲਈ ਗਿਆਨਵਾਨ ਅਗਰ ਗਲਤੀ ਕਰਦਾ ਉਸ ਨੂੰ ਸਜ਼ਾ ਜ਼ਿਆਦਾ ਮਿਲਦੀ ਹੈ। ਬੱਚੇ ਨੂੰ ਕੋਰਟ ਵੀ ਘੱਟ ਸਜ਼ਾ ਦਿੰਦੀ ਹੈ। ਬਹੁਤਾ ਛੋਟਾ ਬੱਚਾ ਕੋਰਟ ਉਹਨੂੰ ਕੋਈ ਸਜ਼ਾ ਨਹੀਂ ਦਿੰਦੀ। ਥੋੜ੍ਹਾ ਜਿਹਾ ਵੱਡਾ ਹੈ ਉਹਨੂੰ ਥੋੜ੍ਹੀ ਸਜ਼ਾ ਦਿੰਦੇ, ਪਰ ਜੇ 18 ਸਾਲ ਤੋਂ ਟੱਪ ਗਿਆ ਹੈ ਫਿਰ ਉਹਨੂੰ ਪੂਰੀ ਸਜ਼ਾ ਮਿਲਦੀ ਹੈ। ਤੈਨੂੰ ਤਾਂ ਗਿਆਨ ਸੀ, ਤੂੰ ਤਾਂ ਜਵਾਨ ਹੈ, ਪਤਾ ਤੈਨੂੰ। ਕਹਿੰਦੇ ਵੀ ਸਾਈਂ ਜਿਹੜਾ ਮੇਰੇ ਪੀਰ ਇਸ ਲਈ ਨਹੀਂ ਮੇਰੇ ਨਾਲ ਬੋਲਦਾ ਕਿ ਹੇ ਕਬੀਰ ਤੈਨੂੰ ਤਾਂ ਗਿਆਨ ਹੈ ਕਿ ਮੈਂ ਸਭ ਥਾਂ 'ਤੇ ਵਸਦਾ, ਤੂੰ ਇੱਥੇ ਸਮਝੀ ਬੈਠਾ ਮੈਨੂੰ ਵੀ ਮੈਂ ਮੱਕੇ ਹੀ ਵਸਦਾ ਹਾਂ, ਇਸ ਲਈ ਨਹੀਂ ਬੋਲਦਾ। ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਹੋਰ ਗੱਲ ਹੁੰਦੀ ਹੈ। ਇਹ ਮੰਨ ਲਓ ਮੈਂ ਹੇਮਕੁੰਟ ਗੁਰੂ ਮਹਾਰਾਜ ਤੇ ਦਸਮ ਪਾਤਸ਼ਾਹ, ਮੈਂ ਇਹ ਸੋਚਾਂ ਵੀ ਦਸਮ ਪਾਤਸ਼ਾਹ ਤਾਂ ਬਸ ਹੇਮਕੁੰਟ ਸਾਹਿਬ ਹੀ ਰਹਿੰਦੇ। ਉਹ ਕਹਿੰਦੇ ਕਮਾਲ, ਮੈਂ ਤਾਂ ਸਭ ਥਾਂ 'ਤੇ ਰਹਿੰਦਾ। ਫਿਰ ਉਹ ਕਹਿੰਦੇ ਮੈਂ ਤਾਂ ਪਟਨੇ ਵੀ ਰਹਿਣਾ, ਮੈਂ ਤਾਂ ਹਜ਼ੂਰ ਸਾਹਿਬ ਵੀ ਰਹਿਣਾ, ਮੈਂ ਤਾਂ ਦਮਦਮਾ ਸਾਹਿਬ ਵੀ ਰਹਿਣਾ। ਮੰਨ ਲਓ ਮੈਂ 4 ਥਾਵਾਂ ਤੇ ਜਾ ਆਇਆ। ਉਹ ਕਹਿਣਗੇ ਕਮਲਿਆ ਮੈਂ ਤਾਂ ਤੇਰੇ ਅੰਦਰ ਹੀ ਰਹਿਣਾ, ਕਿਤੇ ਫਿਰੀ ਜਾਂਦਾ ਤੈਨੂੰ। ਉਂਝ ਦਰਸ਼ਨ ਕਰਨ ਜਾਣਾ ਆਪਣੇ ਸਥਾਨ ਦੇ ਉਹ ਹੋਰ ਗੱਲ ਹੁੰਦੀ ਵੀ ਆਪਾਂ ਕਦੇ ਗਏ ਨਹੀਂ, ਚਲੋ ਜਾਣਾ ਚਾਹੀਦਾ, ਤੀਰਥ ਯਾਤਰਾ ਕਰਨੀ ਚਾਹੀਦੀ ਹੈ। ਪਰ ਜੇ ਕੋਈ ਬੰਦਾ ਇਹ ਸੋਚੇ ਕਿ ਰੱਬ ਸਿਰਫ ਇੱਕੋ ਹੀ ਥਾਂ 'ਤੇ ਬੈਠਾ ਹੈ, ਉਸ ਗੱਲ ਨੂੰ ਕਬੀਰ ਸਾਹਿਬ ਕਹਿੰਦੇ ਵੀ ਇਹ ਗਲਤੀ ਹੈ। ਤਾਂ ਨਹੀਂ ਕਹਿੰਦੇ ਮੇਰੇ ਨਾਲ ਪੀਰ ਬੋਲਦਾ ਵੀ ਤੈਨੂੰ ਤਾਂ ਗਿਆਨ ਹੈ, ਤੂੰ ਕਿਵੇਂ ਫਿਰੀ ਜਾਂਦਾ। ਕਬੀਰ ਜੀ ਜੋ ਮਾਰੇ ਜ਼ੋਰ ਕਰ, ਕਹਤੇ हैं जो हलाल, दफ्तर दई जब काढ़ है, होएगा कौन हवाल। ਜੀ ਭਾਵ ਜੀਵ, ਜੀ ਦੇ ਦੋ ਅਰਥ। ਮੇਰਾ ਉੱਥੇ ਜਾਣ ਨੂੰ ਜੀ ਨਹੀਂ ਕਰਦਾ, ਮਨ ਨਹੀਂ ਕਰਦਾ। ਜਿਹੜਾ ਆਓ ਜੀ ਬੈਠੋ ਜੀ ਉਹ ਆੜਾ ਨਹੀਂ ਨਾਲ ਲੱਗਦਾ, ਇਕੱਲਾ ਜੀ ਹੁੰਦਾ ਉਹ। ਜਦੋਂ ਆੜਾ ਲੱਗਦਾ ਇੱਕ ਦਾ ਅਰਥ ਹੁੰਦਾ ਮਨ, ਦੂਸਰੇ ਦਾ ਅਰਥ ਹੁੰਦਾ ਜੀਵ। ਇੱਥੇ ਜੀਵ ਤੋਂ ਪਦ ਜੀਵ ਜੰਤੂ ਜਿਹੜੇ ਨੇ। ਕਬੀਰ ਜੀ ਜੋ ਮਾਰੇ ਜ਼ੋਰ ਕਰ, ਕਹਤੇ ਹੈ ਜੋ ਹਲਾਲ। ਕਹਿ ਤੂੰ ਜੀਵਾਂ 'ਤੇ ਧੱਕਾ ਕਰਦਾ ਹੈ, ਉਹਨਾਂ 'ਤੇ ਤੂੰ ਜ਼ੁਲਮ ਕਰਦਾ ਹੈ, ਉਹਨਾਂ ਨੂੰ ਤੂੰ ਮਾਰਦਾ ਹੈ, ਅਤੇ ਫਿਰ ਕਹਿੰਦੇ ਇਹ ਹਲਾਲ ਹੈ ਜੀ, ਇਹ ਠੀਕ ਹੈ ਜੀ, ਇਹ ਖਾਣ ਯੋਗ ਹੈ ਜੀ। ਤੂੰ ਜੀਵਾਂ ਨੂੰ ਮਾਰ ਮਾਰ ਕੇ ਖਾਨਾ, ਉਹਨਾਂ 'ਤੇ ਤੂੰ ਜ਼ੁਲਮ ਕਰਦਾ, ਉਹਨਾਂ 'ਤੇ ਤੂੰ ਧੱਕਾ ਕਰਦਾ, ਅਤੇ ਫਿਰ ਕਹਿੰਦੇ ਇਹ ਹਲਾਲ ਹੈ ਜੀ, ਵੀ ਠੀਕ ਹੈ ਜੀ, ਇਹ ਖਾਣ ਯੋਗ ਹੈ ਜੀ। ਦਫ਼ਤਰ ਲੇਖਾ ਨੀਕ, ਦਫ਼ਤਰ ਦਈ ਜਬ ਕਾਢ ਹੈ। ਦਫ਼ਤਰ ਫਾਰਸੀ ਦਾ ਸ਼ਬਦ ਹੈ, ਦਈ ਸੰਸਕ੍ਰਿਤ ਦਾ ਸ਼ਬਦ ਹੈ। ਦਫ਼ਤਰ ਦਾ ਮਤਲਬ ਫਾਰਸੀ 'ਚ ਹੈ ਵੀ ਉਹ ਰਜਿਸਟਰ ਜਿਸ ਦੇ ਵਿੱਚ ਮਨੁੱਖ ਦੇ ਕਰਮਾਂ ਦਾ ਹਿਸਾਬ ਲਿਖਿਆ ਹੁੰਦਾ ਹੈ, ਉਸ ਰਜਿਸਟਰ ਨੂੰ ਫਾਰਸੀ ਕਹਿੰਦੇ ਦਫ਼ਤਰ। ਅਤੇ ਦਈ ਜਿਹੜਾ ਹੈ ਇਹ ਹੈਗਾ ਸੰਸਕ੍ਰਿਤ ਦਾ ਸ਼ਬਦ ਰੱਬ। ਗੁਰਬਾਣੀ ਦੇ ਵਿੱਚ ਇਹਦੇ 3-4 ਸਰੂਪ ਨੇ ਦਈ ਦੇ। ਦੱਦਾ ਯਈਆ, ਦੱਦਾ ਯਈਆ ਉਚਾਰਨ ਹੈ ਦਈ, ਉਹਦੇ ਮਤਲਬ ਹੇ ਰੱਬਾ। ਦੂਜਾ ਸਰੂਪ ਹੈ ਦੱਦਾ ਯਈਏ ਨੂੰ ਔਂਕੜ, ਦਈ ਰੱਬ। ਤੀਜਾ ਸਰੂਪ ਹੈ ਦੱਦਾ ਯਈਏ ਨੂੰ ਸਿਹਾਰੀ, ਦਈ ਰੱਬ ਨੇ।
ਜਿਵੇਂ ਨਾਨਕ 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 ਤਿੰਨ ਸਰੂਪ ਨੇ ਨਾ। ਨੰਨੇ ਨੂੰ ਕੰਨਾ ਨੰਨਾ ਕੱਕਾ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ। ਇਸ ਤਰ੍ਹਾਂ ਦਈ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ, ਇਹਦੇ ਚਾਰ ਜਿਹੜੇ ਨੇ ਸਪੈਲਿੰਗ ਨੇ ਗੁਰਬਾਣੀ ਦੇ। ਇੱਕ ਹੈ ਦੱਦਾ ਯਈਆ, ਉਹਨੂੰ ਦੈ ਨਹੀਂ ਬੋਲਣਾ, ਦੈ ਨਹੀਂ ਬੋਲਣਾ। ਸੰਸਕ੍ਰਿਤ 'ਚ ਉਹਦਾ ਉਚਾਰਨ ਹੈ ਦਈ। ਹੁਣ ਯਈਏ ਨੂੰ ਔਂਕੜ ਨਹੀਂ ਲੱਗਾ ਹੋਇਆ, ਇਹਦਾ ਮਤਲਬ ਹੇ ਰੱਬਾ ਬੁਲਾਉਣ ਲਈ ਹੈ। ਜਿਵੇਂ ਹੇ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕਾ ਦਾ ਮਤਲਬ ਹੇ ਨਾਨਕ, ਇਸ ਲਈ ਹੇ ਰੱਬਾ। ਦੱਦਾ ਯਈਏ ਨੂੰ ਔਂਕੜ ਲੱਗਾ ਹੋਇਆ ਹੈ, ਉਚਾਰਨ ਦਈ ਹੈ ਪਰ ਉਹਦਾ ਮਤਲਬ ਰੱਬ। ਇੱਕ ਹੈ ਦੱਦਾ ਯਈਏ ਨੂੰ ਸਿਹਾਰੀ, ਉਚਾਰਨ ਹੈ ਦਈ ਰੱਬ ਨੇ। ਇੱਕ ਹੈ ਦੱਦਾ ਈੜੀ ਨੂੰ ਬਿਹਾਰੀ, ਦਈ ਰੱਬ। ਇਹ ਚਾਰ ਵਾਰ ਦਈ ਸ਼ਬਦ ਹੈ ਗੁਰਬਾਣੀ 'ਚ। ਚਾਰਾਂ ਦਾ ਉਚਾਰਨ ਹੀ ਦਈ ਹੈ, ਸਿਰਫ ਅਰਥ ਅੱਡ ਅੱਡ ਹਨ। ਹੁਣ ਦਫ਼ਤਰ ਫਾਰਸੀ ਵਰਤਿਆ ਸ਼ਬਦ, ਦਈ ਸੰਸਕ੍ਰਿਤ ਦਾ ਵਰਤਿਆ ਹੋਇਆ। ਦਫ਼ਤਰ ਦਈ ਜਬ ਕਾਢ ਹੈ। ਪਰਮਾਤਮਾ ਜਦੋਂ ਰਜਿਸਟਰ ਕੱਢੂਗਾ, ਆਪਣਾ ਵੀ ਤਾਂ ਆਮ ਕਹਿੰਦੇ ਨੇ ਜੀ ਚਿੱਤਰ ਗੁਪਤ ਹੈ ਜੀ, ਉਹਨੇ ਸਾਡੇ ਰਜਿਸਟਰ ਰੱਖਿਆ ਹੋਇਆ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੈ। ਕਹਿੰਦੇ ਪਰਮਾਤਮਾ ਦਾ ਜਦੋਂ ਤੇਰੇ ਕਰਮਾਂ ਵਾਲਾ ਰਜਿਸਟਰ ਕੱਢੇਗਾ ਨਾ, ਹੋਏਗਾ ਕੌਣ ਹਵਾਲ, ਹਵਾਲ ਮੈਨੇ ਹਾਲ, ਫਿਰ ਤੇਰਾ ਕੀ ਹਾਲ ਹੋਊਗਾ। ਵੀ ਉਹ 'ਤੇ ਲਿਖਿਆ ਇਹਨੇ ਇੰਨੇ ਜਾਨਵਰ ਮਾਰ ਮਾਰ ਕੇ ਖਾਧੇ, ਜਾਂ ਉਹਨਾਂ ਦੀ ਬਲੀ ਦਿੱਤੀ ਆਪਣੇ ਫਾਇਦੇ ਲਈ। ਸਵਾਦਤ ਜੀ ਸੰਘਾਰਿਆ ਗੁਰਬਾਣੀ ਚਾਹੁੰਦਾ। ਇਹ ਨਹੀਂ ਕਿ ਸਵਾਦ ਲਈ ਜੀਵਾਂ ਨੂੰ ਮਾਰਦਾ। ਸਵਾਦਤ ਫਾਰਸੀ ਦਾ ਸ਼ਬਦ ਹੈ, ਆਪਣੇ ਫਾਇਦੇ ਲਈ। ਜੀਵਾਂ ਨੂੰ ਆਪਣੇ ਲਾਭ ਲਈ, ਆਪਣੇ ਫਾਇਦੇ ਲਈ ਮਾਰਦਾ। ਜਿਵੇਂ ਹਿੰਦੂਆਂ 'ਚ ਬਲੀ ਦੇਣ ਦਾ ਰਿਵਾਜ਼ ਸੀ, ਕਦੇ ਘੋੜੇ ਦੀ ਬਲੀ ਦੇਤੀ, ਕਦੇ ਗੈਂਡੇ ਦੀ ਬਲੀ ਦੇਤੀ, ਕਦੇ ਬੱਚਿਆਂ ਦੀ ਬਲੀ ਦੇਤੀ, ਆਪਣੇ ਫਾਇਦੇ ਲਈ, ਵੀ ਮੇਰਾ ਫਾਇਦਾ ਹੋਵੇ। ਇਸ ਤਰ੍ਹਾਂ ਮੁਸਲਮਾਨਾਂ 'ਚ ਜਿੱਦੇ ਬਕਰੀਦ ਹੁੰਦੀ ਹੈ, ਉਹਦੇ ਬੱਕਰੇ ਕਿੰਨੇ ਹੀ ਮਾਰੇ ਜਾਂਦੇ ਹਨ ਅਤੇ ਉਹਦਾ ਬੜਾ ਮੀਟ ਖਾਧਾ ਜਾਂਦਾ ਹੈ। ਉਂਝ ਉਹ ਪੁੰਨ ਸਮਝਦੇ ਨੇ ਇਸਨੂੰ, ਉਂਝ ਉਸਨੇ ਪੁੰਨ ਕਰਮ ਸਮਝਦੇ ਨੇ। ਕਬੀਰ ਸਾਹਿਬ ਕਹਿੰਦੇ ਜੀਵਾਂ ਨੂੰ ਮਾਰਨਾ ਪੁੰਨ ਕਰਮ ਨਹੀਂ ਹੈ, ਇਹ ਤਾਂ ਤੁਸੀਂ ਆਪਣੇ ਫਾਇਦੇ ਲਈ ਉਹਨਾਂ ਨੂੰ ਮਾਰਦੇ ਹੋ, ਉਹਨਾਂ ਦੀ ਬਲੀ ਦਿੰਦੇ ਹੋ। ਉਹਨੇ ਬਲੀ ਦਿੰਦੇ ਹੋ, ਸ਼ਾਇਦ ਮੁਹੰਮਦ ਸਾਹਿਬ ਜਾਂ ਅੱਲਾ ਖੁਸ਼ ਹੋ ਜਾਏਗਾ। ਕਿ ਜਦੋਂ ਪਰਮਾਤਮਾ ਨੇ ਤੁਹਾਡੇ ਕਰਮਾਂ ਵਾਲਾ ਰਜਿਸਟਰ ਖੋਲ੍ਹਿਆ ਨਾ, ਫਿਰ ਤੁਹਾਡਾ ਕੀ ਹਾਲ ਹੋਏਗਾ। ਉਹ ਤਾਂ ਲਿਖਿਆ ਬਈ ਇੰਨੇ ਜੀਵ ਇਸਨੇ ਮਾਰੇ ਨਿਰਦੋਸ਼। ਕਈ ਮੈਨੂੰ ਪੁੱਛਦੇ ਨੇ ਵੀ ਇਹ ਮੱਛਰ ਆ ਗਿਆ ਜਾਂ ਹੋਰ ਹੈ, ਕੀ ਇਹਨੂੰ ਮਾਰਨਾ ਚਾਹੀਦਾ। ਮੈਂ ਜੇ ਤੁਸੀਂ ਮੱਛਰ ਨੂੰ ਨਹੀਂ ਮਾਰੋਗੇ ਤੁਹਾਨੂੰ ਮਾਰੇਗਾ। ਮੱਛਰ ਦੁਸ਼ਮਣ ਹੈ ਬੰਦੇ ਦਾ, ਤੁਹਾਡਾ ਦੋਸਤ ਨਹੀਂ ਹੈ। ਤੁਸੀਂ ਮੱਛਰ ਨੂੰ ਨਹੀਂ ਮਾਰੋਗੇ, ਮੱਛਰ ਤੁਹਾਨੂੰ ਲੜੇਗਾ। ਡੇਂਗੂ ਹੋ ਸਕਦਾ, ਮਲੇਰੀਆ ਹੋ ਸਕਦਾ, ਕੁਛ ਵੀ ਹੋ ਸਕਦਾ, ਤੁਸੀਂ ਮਰ ਵੀ ਸਕਦੇ ਹੋ। ਇਸ ਲਈ ਮੱਛਰ ਨੂੰ ਮਾਰਨਾ ਕੋਈ ਪਾਪ ਨਹੀਂ। ਤੁਹਾਡੇ ਘਰ 'ਚ ਸੱਪ ਆ ਵੜਿਆ ਹੈ, ਚੂਹਾ ਆ ਵੜਿਆ ਹੈ, ਉਸ ਨੂੰ ਮਾਰਨਾ ਕੋਈ ਪਾਪ ਨਹੀਂ। ਨਹੀਂ ਮਾਰੋਗੇ, ਚੂਹਾ ਤੁਹਾਡੀ ਚੀਜ਼ਾਂ ਟੁੱਕ ਜਾਏਗਾ, ਤੁਹਾਡਾ ਨੁਕਸਾਨ ਕਰ ਦੇਗਾ। ਸੱਪ ਤੁਹਾਨੂੰ ਲੜ ਵੀ ਸਕਦਾ ਹੈਗਾ। ਇਸ ਲਈ ਦੁਸ਼ਮਣ ਨੂੰ ਮਾਰਨਾ ਪਾਪ ਨਹੀਂ ਹੁੰਦਾ। ਪਰ ਇੱਕ ਦਾ ਕੋਈ ਕਸੂਰ ਹੀ ਨਹੀਂ ਹੈਗਾ, ਉਹਨੂੰ ਅਸੀਂ ਆਪਣੇ ਫਾਇਦੇ ਲਈ ਜਿਹੜਾ ਹੈ, ਚਾਹੇ ਖਾਣ ਲਈ ਅਤੇ ਚਾਹੇ ਉਹਦੀ ਬਲੀ ਦੇਣ ਲਈ ਉਹਨੂੰ ਮਾਰਦੇ ਹਾਂ, ਤਾਂ ਉਹ ਪਾਪ ਗਿਣਿਆ ਜਾਂਦਾ। ਫਿਰ ਉਹਨੂੰ ਸਮਝਾ ਰਹੇ ਨੇ ਕਿ ਤੂੰ ਜੀਵਾਂ 'ਤੇ ਜ਼ੁਲਮ ਕਰਦਾ ਹੈ, ਤੂੰ ਜੀਵਾਂ ਨੂੰ ਮਾਰਦਾ ਹੈ, ਅਤੇ ਫਿਰ ਕਹਿੰਦੇ ਧਰਮ ਅਨੁਸਾਰ ਠੀਕ ਹੈ, ਹਲਾਲ ਹੈ ਜੀ। ਪਰ ਕਹਿੰਦੇ ਜਦੋਂ ਪਰਮਾਤਮਾ ਤੇਰੇ ਹਿਸਾਬ ਕਿਤਾਬ ਵਾਲਾ ਰਜਿਸਟਰ ਕੱਢ ਕੇ ਵੇਖੇਗਾ ਨਾ, ਫਿਰ ਪਤਾ ਲੱਗੂ ਤੈਨੂੰ ਵੀ ਤੇਰਾ ਕੀ ਹਾਲ ਹੈ। ਸਜ਼ਾਵਾਂ ਤੈਨੂੰ ਮਿਲਣਗੀਆਂ। ਕਿਹੋ ਜਿਹੀ ਸਜ਼ਾ ਮਿਲੇਗੀ, ਹੁਣ ਅਗਲੇ ਸ਼ਲੋਕ ਦੱਸਿਆ ਕਬੀਰ ਸਾਹਿਬ ਨੇ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸੈ, ਮਾਰ ਮੂੰਹੇ ਮੂੰਹ ਖਾਏ। ਇਹ ਮੂੰਹੇ ਮੂੰਹੇ ਨਹੀਂ ਪੜ੍ਹਨਾ,
ਇਹ ਮੂੰਹ ਹੈ, ਹਾਹੇ ਨੂੰ ਸਿਆਰੀ ਤੇ ਇਸ ਲਈ ਲੱਗੀ ਹੈ ਮੂੰਹ ਉੱਤੇ। ਇਹ ਤਾਂ ਸਿਆਰੀ ਬੋਲਣ ਲਈ ਨਹੀਂ, ਕਿਉਂਕਿ ਨਾਮ ਦੇ ਨਾਲ ਜਿਹੜਾ ਨਾਮ ਪੜਨਾਮ ਵਿਸ਼ੇਸ਼ਣ ਹੁੰਦੇ ਨੇ, ਇਹਨਾਂ ਲੱਗੀ ਸਿਆਰੀ ਤੇ ਔਕੜ ਨਹੀਂ ਬੋਲਦੇ, ਉਹ ਤਾਂ ਅਰਥ ਦਿੰਦੇ ਨੇ। ਜਿਵੇਂ ਨਾਨਕ ਕੱਕੇ ਨੂੰ ਸਿਆਰੀ ਲੱਗੀ ਬੋਲਦੀ ਨਹੀਂ, ਅਰਥ ਦਿੰਦੀ ਹੈ। ਇਸ ਤਰ੍ਹਾਂ ਇਹ ਮੂੰਹ ਨੂੰ ਜਿਹੜੀ ਸਿਆਰੀ ਲੱਗੀ ਹੋਈ ਹੈ ਨਾ, ਇਹ ਮੂੰਹੇ ਬੋਲਣ ਲਈ ਨਹੀਂ ਹੈ, ਇਹ ਅਰਥ ਦੇਣ ਲਈ ਹੈ। ਕਬੀਰ ਸਾਹਿਬ ਕਹਿੰਦੇ, ਤੂੰ ਜੀਵਾਂ 'ਤੇ ਧੱਕੇਸ਼ਾਹੀ ਕਰਦਾ ਹੈ, ਉਹਨਾਂ 'ਤੇ ਜ਼ੁਲਮ ਕਰਦਾ ਹੈ, ਉਹਨਾਂ ਨੂੰ ਮਾਰਦਾ ਹੈ। ਖੁਦਾ ਜਿਹੜਾ ਹੈ ਪਰਮਾਤਮਾ, ਆਪਾਂ ਪਰਮਾਤਮਾ ਕਹਿੰਦੇ ਹਾਂ, ਮੁਸਲਮਾਨ ਖੁਦਾ ਕਹਿੰਦੇ ਪਰਮਾਤਮਾ 'ਤੇ ਤਾਂ ਫਿਰ ਜਵਾਬ ਮੰਗੇਗਾ ਵੀ ਕਿਉਂ ਮਾਰੇ ਤੂੰ, ਇਹ ਕਿਉਂ ਉਹਨਾਂ 'ਤੇ ਧੱਕੇਸ਼ਾਹੀ ਕੀਤੀ। ਜਿਵੇਂ ਕਰਮਚਾਰੀ ਆਪਣੇ ਹੱਕ ਮੰਗਦੇ ਸਰਕਾਰ ਨੂੰ, ਮੁਜ਼ਾਹਰੇ ਕਰਦੇ ਨੇ, ਹੜਤਾਲ ਕਰਦੇ ਨੇ, ਸਰਕਾਰ ਪੁਲਿਸ ਰਾਹੀਂ ਉਹਨਾਂ ਨੂੰ ਕਟਵਾਉਂਦੀ ਹੈ। ਹੁਣ ਜਦੋਂ ਹਿਸਾਬ ਹੋਊਗਾ ਇਸ ਸਰਕਾਰ ਦਾ, ਫਿਰ ਪਤਾ ਲੱਗੂ ਵੀ ਕਿਸ ਭਾਅ ਵਿਕਦੀ ਹੈ। ਸੈਂਟਰ ਨੇ ਕੀ ਕੀਤਾ, 90 ਵਿਦਵਾਨ ਫੜ ਕੇ ਅੰਦਰ ਕੀਤੇ ਹੋਏ ਨੇ ਵੀ ਹਾਂ ਤੁਸੀਂ ਸਾਡੀ ਨੁਕਤਾਚੀ ਨਹੀਂ ਕਿਉਂ ਕਰਦੇ। ਹਾਲਾਂਕਿ ਵਿਦਵਾਨ ਨੇ ਕੋਈ ਡਾਂਗ ਨਾਲ ਨਹੀਂ ਕਿਸੇ ਨੂੰ ਮਾਰਨਾ, ਉਹਨੇ ਕੋਈ ਸੋਟਾ ਨਹੀਂ ਸਰਕਾਰ ਨੂੰ ਮਾਰਿਆ, ਕੋਈ ਗੋਲੀ ਨਹੀਂ ਚਲਾਈ, ਇਹਨੇ ਹੀ ਕਿਹਾ ਕਿ ਤੁਹਾਡਾ ਜਿਹੜਾ ਹੈ ਕੰਮ ਠੀਕ ਨਹੀਂ ਹੈ। ਵੱਡੇ 80-80 ਸਾਲ ਦੇ ਬਜ਼ੁਰਗ ਵਿਦਵਾਨ ਫੜ ਕੇ ਅੰਦਰ ਕੀਤੇ ਹੋਏ ਨੇ। ਇਹ ਜਦੋਂ ਸਰਕਾਰ ਮਰੇਗੀ ਉੱਥੇ ਜਾ ਕੇ ਹਿਸਾਬ ਦੇਣਾ, ਫਿਰ ਪਤਾ ਲੱਗੂ ਕਿਸ ਭਾਅ ਵਿਕਦੀ ਹੈ। ਉੱਥੇ ਜਾ ਕੇ ਪਤਾ ਲੱਗ, ਜੇ ਕੁਟਾਪੇ ਹੋਏ ਅਤੇ ਮੰਦੀਆਂ ਜੂਨਾਂ 'ਚ ਭੇਜਤਾ, ਫਿਰ ਇਹਨਾਂ ਨੂੰ ਸਮਝ ਆਏਗੀ ਵੀ ਹਾਂ ਵੀ ਲੋਕ ਹੱਕ ਮੰਗਦੇ ਸੀ, ਅਸੀਂ ਉਹਨਾਂ ਨੂੰ ਦਿੱਤਾ ਨਹੀਂ ਹੈ। 3.5 ਸਾਲ ਹੋ ਗਏ ਕਰਮਚਾਰੀਆਂ ਨੂੰ ਹੜਤਾਲਾਂ ਕਰਦੇ ਆ, ਮੁਜ਼ਾਹਰੇ ਕਰਦੇ ਆ, ਸਰਕਾਰ 'ਤੇ ਅਸਰ ਹੀ ਕੋਈ ਨਹੀਂ ਹੋ ਰਿਹਾ, ਕੋਈ ਦੇ ਹੀ ਨਹੀਂ ਰਹੇ। ਹੁਣ ਮੈਂ ਜੇ ਮੋਦੀ ਹੁੰਦਾ ਤਾਂ ਮੈਂ ਸਰਕਾਰ ਨੂੰ ਪੁੱਛਣਾ, ਤੂੰ ਆਪਣੇ ਕਰਮਚਾਰੀਆਂ ਨੂੰ ਦਿੱਤਾ ਕੁਛ 3.5 ਸਾਲ 'ਚ? ਤੂੰ ਮੇਰੇ ਤੋਂ ਮੰਗਣ ਆ ਗਏ, ਜਾਂ ਭੱਜ ਆਪਣੇ ਕਰਮਚਾਰੀਆਂ ਪਹਿਲਾਂ ਜਾ ਕੇ ਦੇ, ਫਿਰ ਮੇਰੇ ਕੋਲ ਆਈ। ਤੋੜ ਦੇਣਾ ਸੀ ਮੈਂ ਹੀ ਕਹਿ ਕੇ, ਜਵਾਬ ਨਹੀਂ ਸੀ ਅੱਗੋਂ ਹੁਣ ਵੀ ਤੂੰ ਆ ਗਏ ਇੱਥੇ ਆ ਕਿਸਾਨਾਂ ਨੂੰ ਆਹ ਦੇ, ਤੂੰ 3.5 ਸਾਲ 'ਚ ਆਪਣੇ ਕਰਮਚਾਰੀਆਂ ਨੂੰ ਕੀ ਦਿੱਤਾ? ਬੋਲ, ਦਿੱਤਾ ਕੁਛ? ਪਹਿਲਾਂ ਆਪਣੇ ਕਰਮਚਾਰੀਆਂ ਦੇ ਕੇ ਆ, ਫਿਰ ਮੇਰੇ ਕੋਲ ਆਈ। ਮੈਂ ਹੁੰਦਾ ਮੋਦੀ, ਮੈਂ ਇਹ ਕਹਿਣਾ ਸੀ, ਆ ਜਾ ਵੀ ਸੱਜਣਾ, ਮੈਂ ਤੈਨੂੰ ਦਿੰਦਾ ਜਵਾਬ, ਢਿੱਲਾ ਜਾ ਕਰਕੇ ਤੋੜ ਦੇਣਾ ਸੀ। ਦੂਜੇ ਨੂੰ ਕਹਿਣਾ ਆਸਾਨ ਹੁੰਦਾ, ਆਪਣੀ ਪੀੜ੍ਹੀ ਹੇਠਾਂ ਸੋਟੀ ਫੇਰੋ। ਇਹ ਜਦੋਂ ਫਿਰ ਇਸ ਤਰ੍ਹਾਂ ਜਾਂਦੇ ਨੇ, ਹਿਸਾਬ ਕਿਤਾਬ ਹੁੰਦਾ, ਫਿਰ ਕਬੀਰ ਸਾਹਿਬ ਕਹਿੰਦੇ ਫਿਰ ਲੇਖਾ ਦੇਣਾ ਦੁਹੇਲਾ ਸੌਖਾ ਨਹੀਂ, ਫਿਰ ਬੜਾ ਔਖਾ ਫਿਰ ਜੇ ਹਿਸਾਬ ਕਿਤਾਬ ਹੁੰਦੇ ਨੇ। ਹਾਂਜੀ ਹੁਣ ਤਾਂ ਠੀਕ ਹੈ, ਰਾਜ ਕੋਲ ਹੈ ਆਪਣਾ, ਠੀਕ ਜੋ ਮਰਜ਼ੀ ਕਰੀ ਜਾ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਖੁਦਾ ਜਵਾਬ ਮੰਗੂਗਾ ਵੀ ਤੂੰ ਆਪਣੇ ਫਾਇਦੇ ਲਈ ਜੀਵਾਂ 'ਤੇ ਜ਼ੁਲਮ ਕਿਉਂ ਕੀਤਾ, ਉਹਨਾਂ ਨੂੰ ਕਿਉਂ ਮਾਰਿਆ ਤੂੰ। ਦਫ਼ਤਰ ਲੇਖਾ ਨਿਕਸ ਪਰਮਾਤਮਾ ਦੇ ਰਜਿਸਟਰ 'ਚ ਜਦੋਂ ਤੇਰਾ ਹਿਸਾਬ ਨਿਕਲੂਗਾ ਨਾ, ਮਾਰ ਮੂੰਹੇ ਮੂੰਹ ਖਾਏ, ਤੇਰੇ ਮੂੰਹ 'ਤੇ ਥੱਪੜ ਹੀ ਥੱਪੜ, ਡੰਡੇ ਹੀ ਡੰਡੇ, ਤੇਰੇ ਮੂੰਹ 'ਤੇ ਕੁਟਾਪਾ ਹੋਣਾ, ਤੈਨੂੰ ਮੂੰਹ 'ਤੇ ਵਾਲੇ ਮਾਰੀ ਜਾਣੇ, ਸਜ਼ਾ ਦੇਣੀ ਹੈ ਵੀ ਤੂੰ ਜ਼ੁਲਮ ਕਰਦਾ ਰਿਹਾ। ਇਸ ਲਈ ਸਾਰੇ ਪੋਲੀਟੀਕਲ ਬੰਦਿਆਂ ਨੂੰ ਬਾਣੀ ਪੜ੍ਹਨੀ ਚਾਹੀਦੀ, ਤਾਂ ਜੋ ਪਤਾ ਲੱਗ ਜਾਵੇ ਕਿਵੇਂ ਰਾਜ ਕਰੀਦਾ ਹੁੰਦਾ। ਅੱਛਾ, ਹੁਣ ਬਾਣੀ 'ਚ ਝੂਠ ਨਹੀਂ ਲਿਖਿਆ ਹੋਇਆ, ਇਸ ਨੂੰ ਅਸੀਂ ਝੁਠਲਾ ਨਹੀਂ ਸਕਦੇ ਵੀ ਨਾ ਜੀ ਤਾਂ ਐਵੇਂ ਲਿਖਿਆ ਹੋਇਆ, ਇਹ ਤਾਂ ਡਰਾਉਣ ਲਈ ਲਿਖਿਆ ਹੈ। ਕਈ ਕਹਿੰਦੇ ਨੇ ਕੋਈ ਨਹੀਂ ਹੁੰਦਾ ਜੀ ਧਰਮਰਾਜ, ਕੋਈ ਨਹੀਂ ਰੱਬ ਹੁੰਦਾ ਜੀ, ਕੋਈ ਨਹੀਂ ਜਮ ਜੁਮ ਹੁੰਦੇ, ਇਹ ਤਾਂ ਡਰਾਉਣ ਲਈ ਹੁੰਦਾ। ਡਰਾਉਣ ਲਈ ਨਹੀਂ ਹੁੰਦਾ, ਇਹ ਬਾਣੀ ਹੈ, ਇਹ ਗੁਰੂਆਂ ਦੀ ਬਾਣੀ ਹੈ, ਇਹ ਸੱਚ ਹੈ ਜੋ ਲਿਖਿਆ ਹੈ। ਹਿਸਾਬ ਕਿਤਾਬ ਹਰ ਬੰਦੇ ਦਾ ਹੋਣਾ ਹੈ, ਕਈਆਂ ਦਾ ਇੱਥੇ ਹੀ ਹੋ ਜਾਂਦਾ, ਕਈਆਂ ਦਾ ਅੱਗੇ ਜਾ ਕੇ ਹੁੰਦਾ, ਕਈਆਂ ਦਾ ਕਰਮਾਂ ਦੀ ਸਜ਼ਾ ਇੱਥੇ ਮਿਲ ਜਾਂਦੀ ਹੈ, ਕਈਆਂ ਨੂੰ ਅੱਗੇ ਜਾ ਕੇ ਮਿਲਦੀ ਹੈ। ਤੁਸੀਂ ਕਈ ਵਾਰੀ ਦੇਖਿਆ ਹੋਣਾ, ਕਈ ਬੰਦੇ ਨਾ ਕਤਲ ਕਰਕੇ ਭੱਜ ਜਾਂਦੇ ਨੇ, ਕਿੰਨੇ ਸਾਲ ਸਰਕਾਰ ਦੇ ਪੁਲਿਸ ਦੇ ਕਾਬੂ ਨਹੀਂ ਆਉਂਦੇ। ਕਈ ਵਾਰੀ ਅਖਬਾਰ ਛਪਦਾ ਇਹ 14 ਸਾਲਾਂ ਬਾਅਦ ਫੜਿਆ ਗਿਆ ਹੈ। 14 ਸਾਲ ਤੇ ਉਂਝ ਭੱਜਿਆ ਰਿਹਾ, ਪੀਸ ਆਫ ਮਾਈਂਡ ਖਰਾਬ ਰਿਹਾ। 14 ਮੈਂ ਫੜਿਆ ਨਾ ਜਾਂ ਮੈਂ ਫੜਿਆ ਗਿਆ,
ਹੁਣ ਚੱਲ ਬਈ, ਬਾਕੀ ਸਾਰੀ ਉਮਰ ਤੇਰੇ ਮੁਕੱਦਮੇ 'ਚ ਲੰਘ ਜਾਣੀ ਹੈ, ਐਂ ਮਰ ਖਪ ਜਾਣਾ ਬੰਦੇ ਨੂੰ। ਸੋ ਇਸ ਲਈ ਮੂੰਹੇ ਮੂੰਹ ਖਾਏ, ਸੋ ਜੁੱਤੀਆਂ ਜਿਹੜੀਆਂ ਫਿਰ ਮੂੰਹ 'ਤੇ ਪੈਂਦੀਆਂ ਨੇ, ਸਜ਼ਾ ਮਿਲਦੀ ਹੈ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ। ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਈ। ਸੁਹੇਲਾ ਹੁੰਦਾ ਸੌਖਾ, ਦੁਹੇਲਾ ਹੁੰਦਾ ਔਖਾ। ਸੁਹੇਲਾ ਮੈਨੇ ਸੁਖੀ ਵੀ ਹੁੰਦਾ, ਦੁਹੇਲਾ ਮੈਨੇ ਦੁਖੀ ਹੁੰਦਾ। PRTC ਬੱਸਾਂ 'ਤੇ ਲਿਖਿਆ, ਜਿਹੇ ਜਾਈਏ ਤਾਂ ਸੁਹੇਲੇ, ਵੀ ਜਿੱਥੇ ਜਾਓਗੇ ਉੱਥੇ ਸੁਖੀ। ਜੋ ਸ਼ੁਰੂ ਪੜ੍ਹੋ ਤਾਂ ਮੈਨੂੰ ਮੀਨਿੰਗ ਨਹੀਂ ਸੀ ਆਉਂਦਾ, ਮੈਂ ਡਿਕਸ਼ਨਰੀ ਵੇਖੀ ਵੀ ਜਿੱਥੇ ਜਾਓਗੇ ਉੱਥੇ ਸੁਖੀ ਰਹੋਗੇ, ਭਾਵੇਂ ਰਾਹ 'ਚ ਖੜ੍ਹ ਜਾਏ। ਸਾਡੀ ਬੱਸ ਜਿਸ ਘਨੌਰ ਜਾਂਦੇ ਸੀ, ਉਹਨਾਂ 'ਤੇ ਰਾਹ 'ਚ ਉਹਨੂੰ ਬੰਦ ਨਹੀਂ ਸੀ ਕਰਦਾ, ਉਹ ਘਿਰ ਘਿਰ ਕਰਦੀ ਰਹਿੰਦੀ ਸੀ। ਮੈਂ ਡਰਾਈਵਰ ਸਾਹਿਬ ਨੂੰ ਕਿਹਾ ਵੀ ਇਹਨੂੰ ਬੰਦ ਕਿਉਂ ਨਹੀਂ ਕਰ, ਤੇਲ ਮੱਚੀ ਜਾਂਦਾ। ਕਹਿੰਦੇ ਜੀ ਇਹਨੇ ਫਿਰ ਕਰਾ ਸਟਾਰਟ ਹੋਣਾ, ਆ ਟੀਚਰ ਉਤਰ ਕੇ ਧੱਕਾ ਮਾਰਨਾ ਪੈਣਾ, ਜਦੋਂ ਧੱਕਾ ਮਾਰਨਾ ਸਾਰਿਆਂ ਨੂੰ ਉਤਰ ਕੇ ਮੈਂ ਘਿਰ ਬੰਦ ਕਰ ਦਿੰਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੈ। ਜੇ ਦਿਲ 'ਚ ਸੁਚਤਾ ਹੈ, ਦਿਲ ਸਾਫ਼ ਹੈ, ਕੋਈ ਪਾਪ ਕਰਮ ਨਹੀਂ ਕੀਤੇ, ਅੱਗੇ ਹਿਸਾਬ ਕਿਤਾਬ ਦੇਣਾ ਸੌਖਾ ਹੋ ਜਾਏਗਾ। ਹਿਸਾਬ ਕਿਤਾਬ ਕਿਉਂ ਤਾਂ ਬਾਣੀ ਕਹਿੰਦੇ, ਸੋ ਡਰੈ ਜੋ ਪਾਪ ਕਮਾਉਂਦਾ, ਧਰਮੀ ਵਿਕਸਿਤ। ਡਰਦਾ ਕੌਣ ਹੈ? ਜੋ ਪਾਪ ਕਰਦਾ, ਉਹਨੂੰ ਹਮੇਸ਼ਾ ਡਰ ਰਹਿੰਦਾ ਮੈਂ ਕਿਤੇ ਫੜਿਆ ਨਾ ਜਾਵਾਂ। ਜਦੋਂ ਵੀ ਤੁਸੀਂ ਕੋਈ ਗਲਤ ਕੰਮ ਕਰਨ ਲੱਗਦੇ ਹੋ, ਤੁਹਾਡੇ ਮਨ 'ਚ ਕੋਈ ਡਰ ਜ਼ਰੂਰ ਆਵੇਗਾ, ਕਿਸੇ ਨੂੰ ਪਤਾ ਨਾ ਲੱਗ ਜਾਏ ਮੈਂ ਫੜਿਆ ਨਾ ਜਾਵਾਂ, ਫੜਿਆ ਨਾ ਜਾਵਾਂ। ਇਸ ਤਰ੍ਹਾਂ ਕਹਿੰਦੇ, ਜਦੋਂ ਦਿਲ ਸੁੱਚਾ ਹੈ, ਦਿਲ ਦੇ ਅੰਦਰ ਸੁੱਚਤਾ ਹੈ, ਮਨ ਸਾਫ਼ ਹੈ, ਕੋਈ ਮਾੜਾ ਕੰਮ ਨਹੀਂ ਕੀਤਾ, ਫਿਰ ਉੱਥੇ ਲੇਖਾ ਦੇਣਾ ਸੌਖਾ ਹੈ। ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਈ। ਪਰਮਾਤਮਾ ਦਰਬਾਰ ਸੱਚਾ ਹੈ, ਝੂਠਿਆਂ ਦਾ ਨਹੀਂ ਹੈਗਾ। ਸੰਸਾਰਕ ਕਚਹਿਰੀਆਂ ਤਾਂ ਝੂਠਿਆਂ ਦੀ ਵੀ ਹੁੰਦੀਆਂ ਨੇ, ਇੱਥੇ ਸਾਰਿਆਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਹੈਗਾ। ਕਈ ਵਾਰ ਜੱਜ ਵੀ ਸਰਕਾਰ ਦੇ ਜਿਹੜਾ ਪ੍ਰਭਾਵ ਹੇਠ ਆ ਜਾਂਦੇ ਨੇ, ਸਰਕਾਰ ਕਹਿੰਦੇ ਆਹ ਫੈਸਲਾ ਦੇ ਦੇ। ਮੈਂ ਇੰਨੇ ਸਾਲ ਵੇਖਦਾ ਰਿਹਾ, ਜਦੋਂ ਰੋਜ਼ ਤਰੀਕ ਪੈਣ ਲੱਗ ਜੇ ਨਾ, ਇਹਦਾ ਮਤਲਬ ਹੈ ਬਸ ਜਿਹਦੇ ਵਿਰੁੱਧ ਤਰੀਕ ਪੈ ਰਹੇ ਰੋਜ਼, ਇਹਨੂੰ ਸਜ਼ਾ ਹੋਵੇਗੀ। ਆ ਜਦੋਂ ਬਾਬਿਆਂ ਦੇ ਵਿਰੁੱਧ ਪਹਿਲਾਂ 16 ਸਾਲ ਪਈ ਤਰੀਕੇ ਨਹੀਂ ਪਈਆਂ, ਉਹ ਸਾਲ ਦੋ ਤਰੀਕਾਂ, ਫਿਰ ਨਾ ਲਗਾਤਾਰ ਇਸ ਤਰੀਕਾਂ ਪੈਣ ਲੱਗ ਪਈਆਂ। ਮੈਂ ਕਹਿ ਲੈ ਵੇ ਬਾਬੇ ਨੂੰ ਪੱਕੀ ਸਜ਼ਾ, ਜਿਹੜੀ ਰੋਜ਼ ਤਰੀਕ ਪੈਣ ਲੱਗੀ ਨਾ, ਸੈਂਟਰ ਦਾ ਹੋ ਗਿਆ, CBI ਨੂੰ ਕਹਿੰਦਾ ਵੀ ਚੱਕ ਦੇ ਫੱਟੇ, ਬਸ ਇਹਨੂੰ ਬਾਹਰ ਨਹੀਂ ਨਿਕਲ ਦੇਣਾ, ਐਸੇ ਲਾ ਦੇ। ਉਹ ਰੋਜ਼ ਹੁਣ ਉਹਦੀ ਪਤਾ ਲੱਗੇ, ਚੱਲ ਬਈ ਸੱਜਣ ਅੰਦਰ। ਅੱਜ ਰਾਮ ਮੰਦਰ ਦਾ ਰੋਜ਼ ਲੱਗ ਗਿਆ ਨਾ, ਮੈਂ ਹਾਂ ਇਹ ਹੁਣ ਰਾਮ ਮੰਦਰ ਬਣੂਗਾ, ਕਿਉਂਕਿ ਰੋਜ਼ ਤਰੀਕ ਪੈਣ ਲੱਗ ਪਈ ਹੈ। ਇਹ ਜੱਜ ਨੇ ਰਿਟਾਇਰ ਹੋਣਾ ਹੈ, ਰਿਟਾਇਰ ਹੋਣ ਤੋਂ ਪਹਿਲਾਂ ਫੈਸਲਾ ਸਰਕਾਰ ਦੇ ਹੱਕ 'ਚ ਕਰਕੇ ਜਾਊਗਾ। ਉਹੀ ਗੱਲ ਹੋਈ, ਜਿੱਦੇ ਰਿਟਾਇਰ ਹੋਇਆ ਉਹਦੇ ਫੈਸਲਾ ਵੀ ਸੁਣਾ ਗਿਆ। ਜਦੋਂ ਰੋਜ਼ ਤਰੀਕ ਪੈਣ ਲੱਗ ਜਾਏ ਨਾ, ਬਸ ਇਹਦਾ ਮਤਲਬ ਹੈ ਹੁਣ ਸਜ਼ਾ ਮਿਲੇਗੀ, ਜੋ ਕੁਛ ਹੋਏਗਾ ਤਾਂ ਹੈ। ਨਹੀਂ ਤਾਂ ਇੰਨੇ ਸਾਲ, ਕਿੰਨੇ ਸਾਲ ਹੋ ਗਏ ਮਸਜਿਦ ਢਾਈ ਨੂੰ, ਵਿੱਚ ਹੀ ਲਟਕੀ ਜਾਂਦੇ। ਔਰ ਦੇਖੋ 1984 'ਚ 3,500 ਸਿੱਖ ਕਤਲ ਕਰਦਾ। 84 16 ਸਾਲ ਹੋ 36 ਸਾਲ ਹੋ ਗਏ, ਫੈਸਲਾ ਨਹੀਂ ਆ ਰਿਹਾ, ਫੈਸਲਾ ਨਹੀਂ ਆ ਰਿਹਾ। ਕਿਉਂ? ਸਜ਼ਾ ਹੀ ਨਹੀਂ ਦੇਣੀ। ਅੱਧੇ ਉਂਝ ਮਰ ਜਾਣਗੇ, ਤੁਹਾਡੇ ਬੜ ਜਾ ਕੰਮ। ਹਾਂਜੀ, ਜਿੱਦਾਂ ਹੋ ਗਿਆ ਨਾ ਵੀ ਹਾਂ ਰੋਜ਼ ਲੱਗ ਗਈ ਤਰੀਕ ਪੈਣ, ਇਹਦਾ ਹੁਣ ਪੱਕੀ ਸਜ਼ਾ ਹੋਊਗੀ ਉਹਨਾਂ ਨੂੰ, ਵੀ ਹੁਣ ਰੋਜ਼ ਤਰੀਕ ਪੈਣ ਲੱਗ ਪਈ, ਅਤੇ ਜਾਂ ਫਿਰ ਉਹਨੂੰ ਟੋਟਲ ਬਰੀ ਕਰਨਾ ਹੋਵੇਗਾ। ਇਸ ਲਈ ਕਬੀਰ ਸਾਹਿਬ ਕਹਿੰਦੇ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਈ। ਪਰਮਾਤਮਾ ਦਰਬਾਰ ਹੈਗਾ ਸੱਚਾ, ਉੱਥੇ ਫਿਰ ਜੇ ਤੁਸੀਂ ਹੈਗੇ ਸੱਚੇ ਦਿਲ ਦੇ ਸੁੱਚੇ, ਫਿਰ ਤੁਹਾਨੂੰ ਕੋਈ ਰੋਕ ਨਹੀਂ, ਤੁਹਾਡਾ ਕਿਸੇ ਨੇ ਪੱਲਾ ਨਹੀਂ ਫੜਨਾ, ਤੁਹਾਨੂੰ ਖਿੱਚਣਾ ਨਹੀਂ ਕਿ ਉੱਥੇ ਨਾ ਜਾ, ਤੁਸੀਂ ਆ ਜਾ ਸਕਦੇ ਆਰਾਮ ਨਾਲ, ਕਿਉਂਕਿ ਦਿਲ ਸੁੱਚਾ ਹੈ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ, ਖਟ ਦਰਸ਼ਨ ਸੰਸੇ ਪਰੇ,
ਅਰ 84 ਸਿੱਧ। ਦੋਏ ਦਵੈਤ ਭਾਵਨਾ ਨੂੰ ਕਹਿੰਦੇ ਨੇ। ਤੇਰ ਮੇਰ ਤੇਰ ਜਿਹੜੀ ਹੁੰਦੀ ਹੈ, ਇਹ ਮੇਰਾ ਇਹ ਤੇਰਾ ਹੈ। ਜਿਹੜਾ ਤੁਸੀਂ ਮਿਹਨਤ ਨਾਲ ਕੁਛ ਪ੍ਰਾਪਤੀ ਕੀਤੇ ਤੇ ਕਹਿੰਦਾ ਮੇਰਾ ਹੈ। ਜਿਹੜਾ ਅਸੀਂ ਨੱਕ ਰਗੜ ਗੁਰਦੁਆਰੇ ਤੋਂ ਲਿਆ ਹੈ, ਉਹ ਕਹਿੰਦੇ ਹੇ ਸੱਚੇ ਪਾਤਸ਼ਾਹ ਇਹ ਤੇਰਾ ਹੈ, ਤੇਰਾ। ਅਸੀਂ ਮੇਰ ਤੇਰ ਵਿੱਚ ਹਾਂ। ਪਰਮਾਤਮਾ ਹੈਗਾ ਅਦਵੈਤ, ਆਪਾਂ ਦਵੈਤ ਵਿੱਚ ਹਾਂ। ਸੰਸਾਰ 'ਚ ਜਿਹੜੀਆਂ ਵੀ ਚੀਜ਼ਾਂ ਦੋ ਦੋ ਨੇ, ਦੁੱਖ ਸੁੱਖ, ਖੁਸ਼ੀ ਗਮੀ, ਸਰਦੀ ਗਰਮੀ, ਇਹ ਸਭ ਦੋ ਦੋ ਨੇ। ਧਰਤੀ ਆਕਾਸ਼, ਦਿਨ ਰਾਤ। ਇਸ ਤਰ੍ਹਾਂ ਮਨੁੱਖ ਮੇਰ ਤੇਰ ਵਿੱਚ ਹੈ, ਦਵੈਤ ਭਾਵਨਾ ਵਿੱਚ ਹੈ। ਦਵੈਤ ਭਾਵਨਾ ਹੋਣ ਕਰਕੇ ਕਹਿ ਦੋਏ ਹੇ ਦਵੈਤ ਤੂੰ ਬਰੀ। ਬਰੀ ਮੈਨੇ ਬਹੁਤ। ਅਬਦ, ਬਦ ਹਿੰਦੀ ਦਾ ਸ਼ਬਦ ਹੈ। ਬਦ ਹੁੰਦਾ ਮਾਰਨਾ। ਅਬਦ ਜਿਹਨੂੰ ਮਾਰਿਆ ਨਾ ਜਾ ਸਕੇ। ਹੇ ਦਵੈਤ ਤੂੰ ਐਡੀ ਤਗੜੀ ਹੈ, ਤੈਨੂੰ ਮਾਰਨਾ ਬਹੁਤ ਔਖਾ ਹੈ। ਅੰਦਰ ਦਵੈਤ ਭਾਵਨਾ ਖਤਮ ਕਰਨੀ ਬੜੀ ਔਖੀ ਹੈ। ਧਰਤੀ ਔਰ ਆਕਾਸ਼ ਪਾਸ ਸਾਰੇ ਸੰਸਾਰ 'ਚ ਹੇ ਦਵੈਤ ਭਾਵਨਾ, ਸਾਰੇ ਸੰਸਾਰ ਦੇ ਵਿੱਚ ਤੈਨੂੰ ਮਾਰਨਾ ਬਹੁਤ ਔਖਾ ਹੈ। ਖਟ ਦਰਸ਼ਨ ਸੰਸੇ ਪਰੇ। ਖਟ ਬਣੇ 6, ਦਰਸ਼ਨ ਸ਼ਾਸਤਰ। 6 ਸ਼ਾਸਤਰਾਂ ਜਿਹੜੇ ਲਿਖਾਰੀ ਸਨ ਉਹ ਵੀ ਸੰਸੇ 'ਚ ਰਹੇ। ਉਹਨਾਂ ਦੇ ਅੰਦਰ ਵੀ ਦਵੈਤ ਖਤਮ ਨਹੀਂ ਹੋਈ। ਅਰ 84 ਸਿੱਧ। ਸੰਸਾਰ ਜਿਵੇਂ 6 ਜਤੀ ਮੰਨੇ ਗਏ ਨੇ, ਇਸ ਤਰ੍ਹਾਂ 84 ਸਿੱਧ ਮੰਨੇ ਗਏ ਨੇ। ਉਹ 84 ਸਿੱਧ ਵੀ ਦਵੈਤ ਭਾਵਨਾ 'ਚ ਰਹੇ। ਉਹਨਾਂ ਦੀ ਦਵੈਤ ਭਾਵਨਾ ਖਤਮ ਨਹੀਂ ਹੋਈ। ਜਿੰਨਾ ਚਿਰ ਦਵੈਤ ਭਾਵਨਾ ਖਤਮ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਕਿਉਂ ਉਹ ਅਦਵੈਤ ਹੈ, ਅਸੀਂ ਦਵੈਤ ਵਿੱਚ ਹਾਂ। ਉਹਦੇ ਨਾਲ ਮਿਲਣ ਲਈ ਦਵੈਤ ਭਾਵਨਾ ਖਤਮ ਹੋਣੀ ਚਾਹੀਦੀ ਹੈ। ਹੁਣ ਅਗਲੇ ਜਿਹੜਾ ਸ਼ਲੋਕ ਹੈ ਉਹਦੇ ਵਿੱਚ ਕਬੀਰ ਸਾਹਿਬ ਦੱਸਣਗੇ ਇਹਦਾ ਹੱਲ। ਬਈ ਦਵੈਤ ਭਾਵਨਾ ਹੈ, ਕਹਿੰਦੇ ਉਹ ਮਰਦੀ ਹੋਈ ਨਹੀਂ। ਸ਼ਾਸਤਰਾਂ ਦੇ ਲਿਖਾਰੀਆਂ ਅੰਦਰ ਦਵੈਤ ਭਾਵਨਾ ਰਹਿ ਗਈ। ਜਿਹੜੇ 84 ਸਿੱਧ ਸਨ ਉਹਨਾਂ ਦੇ ਅੰਦਰ ਦਵੈਤ ਭਾਵਨਾ ਰਹਿ ਗਈ। ਉਹਦਾ ਹੱਲ ਕੀ ਹੈ? ਦੇਖੋ ਕਹਿੰਦੇ ਅੱਗੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਮੇਰੇ ਕੋਲ ਹੈ ਉਹ ਮੇਰਾ ਹੈ ਹੀ ਨਹੀਂ ਹੈ। ਜੋ ਕਿਛ ਹੈ ਸੋ ਤੇਰਾ, ਜੋ ਹੈ ਉਹ ਤੇਰਾ ਹੈ, ਮੇਰਾ ਖਤਮ ਹੋ ਗਿਆ। ਹੈ ਉਸੇ ਦਾ ਹੀ, ਪਰ ਸਾਡੇ ਅੰਦਰ ਦਵੈਤ ਭਾਵਨਾ ਹੋਣ ਕਰਕੇ ਲੱਗਦਾ ਇਹ ਮੇਰਾ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਾਰਾ ਹੀ ਮੇਰਾ ਹੈ, ਨਹੀਂ, ਇਹ ਦਾਤਾ ਇਹ ਤੂੰ ਦਿੱਤਾ, ਕੁਝ ਉਹਦਾ ਸਮਝ ਲੈਂਦੇ ਪਤਾ। ਕਬੀਰ ਸਾਹਿਬ ਕਹਿੰਦੇ ਨਹੀਂ, ਸਾਰਾ ਹੀ ਉਹਦਾ, ਤੇਰਾ ਕੁਝ ਨਹੀਂ ਹੈ। ਜੇ ਤੂੰ ਕਹੇਂਗਾ ਕੁਝ ਮੇਰਾ ਹੈ ਤੇ ਕੁਝ ਤੇਰਾ ਹੈ, ਤਾਂ ਫਿਰ ਤੈਨੂੰ ਪਰਮਾਤਮਾ ਨਹੀਂ ਮਿਲੇਗਾ, ਕਿਉਂਕਿ ਤੇਰੇ ਦਾ ਦਵੈਤ ਭਾਵਨਾ ਹੈ, ਤੈਨੂੰ ਨਹੀਂ ਮਿਲੇਗਾ। ਪਰਮਾਤਮਾ ਕਹਿੰਦਾ ਹੇ ਇਨਸਾਨ, ਜਿਹੜਾ ਤੇਰੇ ਕੋਲ ਸਰੀਰ ਹੈ ਨਾ, ਸਰੀਰ ਇਹ ਵੀ ਮੈਂ ਤੈਨੂੰ ਦਿੱਤਾ। ਜਿਹੜਾ ਤੇਰਾ ਸਰੀਰ ਹੈ ਇਹ ਤੂੰ ਆਪ ਨਹੀਂ ਬਣਾਇਆ, ਇਹ ਵੀ ਮੈਂ ਹੀ ਤੈਨੂੰ ਦਿੱਤਾ ਹੈ। ਅਤੇ ਸਰੀਰ ਨਾਲ ਜੋ ਵੀ ਸੰਬੰਧਿਤ ਚੀਜ਼ ਹੈ ਉਹ ਕਹਿੰਦੇ ਮੈਂ ਹੀ ਦਿੱਤੀ ਹੈ, ਉਹ ਤਾਂ ਮੈਂ ਦਿੱਤੀ ਹੈ। ਕਬੀਰ ਸਾਹਿਬ ਨੂੰ ਗਿਆਨ ਹੋ ਗਿਆ ਸੀ ਕਿ ਜੋ ਕੁਛ ਵੀ ਮੇਰੇ ਕੋਲ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਅਤੇ ਜਦੋਂ ਪਰਮਾਤਮਾ ਦਾ ਦਿੱਤਾ ਹੋਇਆ ਤਾਂ ਉਹਨੂੰ ਵਾਪਸ ਕਰਨ 'ਚ ਫਿਰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਉਹਦਾ ਹੀ ਹੈ ਕਿ ਜੋ ਹੈ ਹੀ ਉਸ ਦਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੇ ਪਰਮਾਤਮਾ, ਜੋ ਮੇਰੇ ਵਿੱਚ ਹੈ ਉਹ ਮੇਰਾ ਨਹੀਂ ਹੈ, ਉਹ ਸਾਰਾ ਤੇਰਾ ਹੈ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੇਰੀ ਚੀਜ਼ ਤੈਨੂੰ ਵਾਪਸ ਕਰਨ 'ਚ ਮੇਰਾ ਕੀ ਲੱਗਦਾ? ਕਹਿੰਦੇ ਫਿਰ ਤਾਂ ਕੁਛ ਲੱਗਦਾ, ਤੇਰੀ ਸਹੀ ਚੀਜ਼ ਤੈਨੂੰ ਵਾਪਸ ਕਰਤੀ ਹੈ,
ਜਦ ਤੂੰ ਵਾਪਸ ਲੈ ਲਈਏ, ਜਦੋਂ ਇੱਥੇ ਪਹੁੰਚ ਜਾਏਗੇ ਫਿਰ ਉਹ ਮਿਲ ਜਾਏਗਾ, ਫਿਰ ਉਹ ਮਿਲੇਗਾ। ਵੀ ਜੋ ਕੁਛ ਵੀ ਹੈ ਇਹ ਤਾਂ ਤੇਰਾ ਦਿੱਤਾ ਹੋਇਆ। ਇਹ ਨਹੀਂ ਕਿ ਜਿਵੇਂ ਮੈਂ ਕਹਿੰਦਾ ਹੈ ਸੱਚੇ ਪਾਤਸ਼ਾਹ ਜੋ ਦਿੱਤਾ ਤੇਰਾ ਦਿੱਤਾ, ਅਤੇ ਮੇਰਾ 100 ਰੁਪਈਆ ਜੇ ਗੁੰਮ ਅਤੇ ਮੈਂ ਫਿਰ ਉਹਨੂੰ ਅਫਸੋਸ ਕਰਦਾ ਫਿਰਾਂ, ਯਾਰ ਮੈਂ 100 ਰੁਪਇਆ ਗੁੰਮ ਹੋ ਗਿਆ, ਲੱਭੀ ਜਾਵਾਂ ਸਾਰੇ ਘਰ ਨੂੰ। ਵੀ ਜੇ ਉਹਦਾ ਦਿੱਤਾ ਹੋ ਗਿਆ, ਗੁੰਮ ਹੋ ਗਿਆ, ਚੋਰ ਲੈ ਗਿਆ ਕਿਉਂਕਿ ਮੇਰੇ ਘਰ ਸੀ ਜੀ, ਲੈ ਗਿਆ। ਫਿਰ ਇੱਥੇ ਹੁਣ ਭਗਤ ਨਾਮਦੇਵ ਦੀ ਛੰਨ ਸੜ ਰਹੀ ਹੈ, ਉਹ ਬਾਹਰ ਗਿਆ ਹੋਇਆ ਸੀ। ਇੱਕ ਬੰਦਾ ਭੱਜਿਆ ਗਿਆ, ਫਿਰ ਨਾਮਦੇਵ ਨਾਮ ਤੇਰੀ ਛੰਨ ਨੂੰ ਅੱਗ ਲੱਗ ਗਈ। ਕਿ ਚਲੋ ਕੋਈ ਨਹੀਂ, ਆਰਾਮ ਨਾਲ ਤੁਰੇ ਆ ਰਹੇ ਨੇ, ਸਾਡੇ ਕੋਲ ਭੱਜ ਕੇ ਨਹੀਂ ਆਏ ਵੀ ਜਾ ਕੇ ਭਜਾਈਏ। ਕੁਝ ਲੋਕ ਜਿਹੜੇ ਫਟਾਫਟ ਨਾਮਦੇਵ ਦਾ ਸਮਾਨ ਕੱਢ ਰਹੇ ਨੇ ਛੰਨ 'ਚ। ਨਾਮਦੇਵ ਜੀ ਆ ਗਏ। ਹੁਣ ਉਹ ਤਾਂ ਇਸ ਅਵਸਥਾ 'ਤੇ ਪਹੁੰਚੇ ਸਨ ਵੀ ਜੋ ਕੁਛ ਵੀ ਹੈ ਸਭ ਪਰਮਾਤਮਾ ਦਾ ਹੈ। ਜਿਹੜਾ ਸਮਾਨ ਬਾਹਰ ਕੱਢਿਆ ਸੀ ਲੋਕਾਂ ਨੇ, ਚੱਕ ਚੱਕ ਕੇ ਅੱਗ ਸੁੱਟੀ ਜਾਂਦੇ, ਭਗਵਾਨ ਆ ਵੀ ਲਓ, ਫਿਰ ਭਗਵਾਨ ਆ ਵੀ ਲਓ, ਭਗਵਾਨ ਆ ਵੀ ਲਓ, ਸਾਰਾ ਕੁਛ ਅੱਗ ਸੁੱਟ, ਸਭ ਮੱਚ ਗਏ। ਲੋਕਾਂ ਦੀ ਨਜ਼ਰਾਂ ਤਾਂ ਪਾਗਲ ਹੀ ਹੋ ਨਾ, ਲੋਕਾਂ ਦੀ ਨਜ਼ਰਾਂ ਦੇ ਨਾਮ ਦੇ ਪਾਗਲ ਹੀ ਹੋਏਗਾ। ਵੀ ਅਸੀਂ ਇਹਦਾ ਸਮਾਨ ਕੱਢਦੇ ਰਹੇ ਹਾਂ, ਇਹ ਪਾਗਲ ਜਿਹੜੇ ਆ ਕੇ ਸਾਰਾ ਵਿੱਚ ਸੁੱਟਦਾ। ਉਹ ਕਹਿੰਦੇ ਵੀ ਤੇਰੇ ਹੀ ਹੈ, ਇਹ ਛੰਨ ਵੀ ਤੇਰੀ ਹੈ, ਇਹ 'ਚ ਜਿਹੜਾ ਸਮਾਨ ਸੀ ਉਹ ਵੀ ਤੇਰਾ ਹੈ, ਤੂੰ ਛੰਨ ਕਾਹਨੂੰ ਕੱਲੀ ਲੈਣਾ, ਆ ਵੀ ਲੈ ਲਾ, ਆ ਵੀ ਚੱਕ, ਸਾਰਾ ਸੜ ਗਿਆ ਸਮਾਨ। ਕੋਈ ਅਫਸੋਸ ਨਹੀਂ, ਆਪਣੇ ਬੈਠੇ ਭਜਨ ਬੰਦਗੀ ਕਰ ਰਹੇ ਨੇ। ਹੁਣ ਭਗਵਾਨ ਨੇ ਆਪਣੇ ਭਗਤਾਂ ਦੇ ਕਾਰਜ 'ਤੇ ਸਵਾਰਨੇ ਨੇ ਵੀ ਇੰਨਾ ਇਹਨੂੰ ਮੇਰੇ 'ਤੇ ਵਿਸ਼ਵਾਸ ਹੈ, ਵੀ ਇੰਨਾ ਵਿਸ਼ਵਾਸ ਹੈ ਵੀ ਸਾਰਾ ਤੇਰੇ ਦਿੱਤਾ ਹੋਇਆ ਹੈ। ਪਰਮਾਤਮਾ ਨੇ ਰਾਤੇ ਰਾਤ ਹੀ ਛੰਨ ਨਵੀਂ ਬਣਾਤੀ। ਗੁਆਂਢਣ ਸਵੇਰੇ ਉੱਠੀ, ਪਾੜ ਪੜੋਸਣ ਪੂਛ ਲੈ ਨਾਮਾ, ਪਾੜ ਦੇ ਨਾਲ ਵਾਲੀ ਪੜੋਸਣ ਗੁਆਂਢਣ, ਕਾਪੈ ਛਾਣ ਛਵਾਈ ਹੋ। ਫਿਰ ਨਾਮਦੇਵ ਤੂੰ ਕਿਸ ਤੋਂ ਛੰਨ ਬਣਵਾਈ ਹੈ ਵੀ ਇੰਨੀ ਵਧੀਆ, ਉਹ ਵੀ ਰਾਤੇ ਰਾਤ। ਬੇਡੀ ਕਹਿੰਦੇ ਤਰਖਾਣ ਨੂੰ, ਕਹਿੰਦੇ ਨਾਮਦੇਵ ਜਿਸ ਬੇਡੀ ਨੇ ਤੇਰੀ ਛੰਨ ਬਣਾਈ ਨਾ, ਮੈਨੂੰ ਦੱਸ ਉਹਦਾ ਪਤਾ, ਮੈਂ ਤੇਰੇ ਤੋਂ ਦੂਣੀ ਮਜ਼ਦੂਰੀ ਦੇਵਾਂਗੀ, ਮੈਂ ਵੀ ਛੰਨ ਬਣਵਾਉਣੀ ਹੈ। ਉਹ ਕਹਿੰਦਾ ਅਰੇ ਭਾਈ ਬੇਡੀ ਦੇਣ ਨਾ ਜਾਈ, ਇਹ ਭੈਣੇ ਉਹ ਤਰਖਾਣ ਨਹੀਂ ਇਸ ਤੋਂ ਦਿੱਤਾ ਜਾ ਸਕਦਾ ਤੈਨੂੰ। ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋਈ ਛਾਨ ਛਵਾਵੈ ਹੋ। ਜਾਂ ਉਹਨੂੰ ਮਜ਼ਦੂਰੀ ਰੁਪਏ ਪੈਸੇ ਨਹੀਂ ਚਾਹੀਦੇ, ਉਹ ਤਾਂ ਪਿਆਰ ਦੀ ਮਜ਼ਦੂਰੀ ਮੰਗਦਾ ਹੈ। ਭਾਵ ਉਹਨਾਂ ਦੇ ਅੰਦਰੋਂ ਦਵੈਤ ਭਾਵਨਾ ਖਤਮ ਹੋ ਚੁੱਕੀ ਕਿ ਜੋ ਕੁਛ ਹੈ ਸਭ ਪਰਮਾਤਮਾ ਦਾ ਹੈ। ਇਹਨੂੰ ਕਹਿੰਦੇ ਬ੍ਰਹਮ ਗਿਆਨ। ਇਹ ਹੈ ਬ੍ਰਹਮ ਗਿਆਨ। ਜਿਹਨੇ ਰੱਬ ਨੂੰ ਮਿਲਣਾ ਇੱਥੇ ਹੀ ਪਹੁੰਚਣਾ ਪਊ, ਚਾਹੇ 10 ਜਨਮ ਲੱਗ ਜਾਣ, 15 ਲੱਗ ਜਾਣ, 20 ਲੱਗ ਜਾਣ, 21 ਲੱਗ ਜਾਣ, 100 ਲੱਗ ਜਾਣ। ਜਦੋਂ ਇੱਥੇ ਪਹੁੰਚ ਜਾਵਾਂਗੇ ਫਿਰ ਪਰਮਾਤਮਾ ਕਿਸੇ ਵੇਲੇ ਵੀ ਸਾਡੇ 'ਤੇ ਕਿਰਪਾ ਕਰ ਸਕਦਾ ਹੈ। ਅਤੇ ਇੱਥੇ ਪਹੁੰਚਣ ਲਈ ਬਹੁਤ ਭਜਨ ਬੰਦਗੀ ਦੀ ਲੋੜ ਹੈ। ਇਹ ਸਿਮਰਨ ਨੇ ਸਾਨੂੰ ਇਸ ਅਵਸਥਾ 'ਤੇ ਲੈ ਕੇ ਆਉਣਾ ਹੈ। ਇਹ ਨਹੀਂ ਪਤਾ ਹੁਣ ਦਾ ਤੇ ਕਿੰਨੇ ਜਨਮ ਲੱਗ ਜਾਣ। ਤਾਂ ਉਹ ਕਹਿੰਦੇ ਨੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਪ੍ਰਭੂ ਤੇਰਾ ਹੀ ਸੀ ਅਤੇ ਤੇਰਾ ਤੈਨੂੰ ਵਾਪਸ ਕਰਦਾ, ਮੇਰਾ ਕੀ ਲੱਗਦਾ? ਮੇਰਾ ਤਾਂ ਕੁਛ ਹੈ ਹੀ ਨਹੀਂ ਜਿਹੜਾ ਮੈਨੂੰ ਕੋਈ ਤਕਲੀਫ ਹੋਵੇ, ਤੇਰਾ ਹੀ ਸੀ, ਤੂੰ ਵਾਪਸ ਲੈ ਲੈ, ਵਾਪਸ ਲੈ ਲੈ। ਫਿਰ ਜਿਹੜਾ ਹੈ ਜੇ ਆਪਣਾ ਧੀ ਪੁੱਤਰ ਵੀ ਮਰ ਗਿਆ ਫਿਰ ਬੰਦਾ ਰੋਂਦਾ ਨਹੀਂ ਹੈ। ਉਹ ਕਹਿੰਦਾ ਮੇਰਾ ਪੁੱਤਰ ਤਾਂ ਹੈ ਹੀ ਨਹੀਂ ਸੀ, ਇਹ ਤਾਂ ਭਗਵਾਨ ਦਾ ਸੀ, ਮੈਨੂੰ ਪਾਲਣ ਲਈ ਦਿੱਤਾ ਸੀ, ਹੁਣ ਆਪਣਾ ਵਾਪਸ ਲੈ ਗਿਆ ਉਹ। ਉਹਦਾ ਕੋਈ ਮੋਹ ਨਹੀਂ ਹੁੰਦਾ, ਉਹ ਸਿਰ ਆਪਣੀ ਡਿਊਟੀ ਕਰ ਰਿਹਾ ਹੁੰਦਾ ਪਾਲਣ ਦੀ। ਸਾਡੇ ਅੰਦਰ ਮੋਹ ਹੈ ਵੀ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਇਸ ਲਈ ਅਸੀਂ ਰੋਂਦੇ ਪਿੜਦੇ ਹਾਂ ਜਦੋਂ ਮਰਦਾ। ਭਗਵਾਨ ਕਹਿੰਦਾ ਕਮਾਲ ਦਾ ਬੰਦਾ ਯਾਰ, ਤੂੰ ਤਾਂ ਅਗਿਆਨੀ ਹੈ, ਮੇਰੀ ਚੀਜ਼ ਨੂੰ ਤੂੰ ਆਪਣੀ ਸਮਝ ਕੇ ਰੋਈ ਜਾ ਰਿਹਾ ਹੈ। ਮੇਰੀ ਚੀਜ਼ ਹੈ, ਮੈਂ ਤੈਨੂੰ ਕੁਝ ਸਮੇਂ ਲਈ ਦਿੱਤੀ ਸੀ, ਮੈਂ ਆਪਣੀ ਵਾਪਸ ਲੈ ਕੇ ਜਾ ਰਿਹਾ ਹਾਂ। ਜੇ ਤੁਸੀਂ ਕਈ ਵਾਰੀ ਕਿਰਾਏਦਾਰ ਰੱਖ ਲੈ ਕੇ ਨਖਿੱਧ ਕਿਰਾਏਦਾਰ ਹੁੰਦੇ ਨੇ, 2-3 ਸਾਲ ਰਹੇ, ਤੁਸੀਂ ਕਿਹਾ ਭਾਈ ਹੁਣ ਖਾਲੀ ਕਰੋ ਸਾਡੇ ਘਰ ਨੂੰ, ਉਹ ਖਾਲੀ ਅਸੀਂ ਨਹੀਂ ਕਰਦੇ ਖਾਲੀ।
ਮਕਾਨ ਕਿਸੇ ਦਾ ਵੀ ਤੁਹਾਨੂੰ ਕਿਰਾਏ 'ਤੇ ਦਿੱਤਾ ਹੈ, ਮਾਲਕ ਖਾਲੀ ਕਰਾ, ਤੁਸੀਂ ਅੜ ਬੈਠੇ ਹੋ ਜੀ, ਉਹ ਸਮਝਦੇ ਹੁਣੇ ਸਾਡਾ ਹੀ ਹੈ ਜੀ, ਹੁਣ ਸਾਡੇ। ਉਹੀ ਹਾਲ ਮਨੁੱਖ ਦਾ ਹੈ, ਅਜੇ ਸਾਡਾ ਇਹੀ ਰਹੂਗਾ। ਇਹ ਨਹੀਂ ਵੀ ਜਿਹੜਾ ਕਥਾ ਕਰ ਰਿਹਾ ਪਤਾ ਨਹੀਂ ਇਹਨੂੰ ਇਹਨੂੰ ਕੋਈ ਤਕਲੀਫ ਨਹੀਂ ਹੋਣੀ। ਮੈਂ ਹੁਣੇ ਉਦਾਹਰਨ ਦੇ 100 ਰੁਪਏ ਗੁੰਮ, ਮੈਂ ਵੀ ਲੱਭੀ ਜਾਵਾਂਗਾ ਘੰਟਾ ਉਹਨੂੰ ਵੀ ਕਿੱਥੇ ਰੱਖਿਆ ਗਿਆ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ, ਮੇਰਾ ਕਥਾ ਕਰਨਾ ਹੋਰ ਗੱਲ ਹੈ, ਇੱਥੇ ਪਹੁੰਚਣਾ ਹੋਰ ਗੱਲ ਹੈ। ਅਸੀਂ ਇੱਥੇ ਪਹੁੰਚਣਾ ਹੈ, ਸਿਰ ਸਾਨੂੰ ਗਿਆਨ ਹੋਣਾ ਚਾਹੀਦਾ ਵੀ ਅਸੀਂ ਕਿੱਥੇ ਪਹੁੰਚਣਾ। ਬਾਣੀ ਸਾਨੂੰ ਦੱਸ ਦਿਓ ਇੱਥੇ ਭਰਾਵਾ ਪਹੁੰਚਣਾ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਘਾਟਾ ਆਓ, ਵਾਧਾ ਆਓ, ਸਭ ਦਾਤੇ ਦੇ ਨੇ। ਦੁੱਖ ਦੇ ਰਹੇ ਤਾਂ ਵੀ ਉਹੀ ਦੇ ਰਹੇ, ਸੁੱਖ ਦੇ ਰਹੇ ਤਾਂ ਵੀ ਉਹੀ ਦੇ ਰਹੇ। ਤਾਂ ਕਹੇ ਜੇ ਦੁੱਖ ਦੇਹੀਂ ਤਾਂ ਤੁਝੇ ਅਰਾਧੀ, ਸੁੱਖ ਵੀ ਤੁਝੇ ਧਿਆਈ। ਇਹ ਬ੍ਰਹਮ ਗਿਆਨ ਹੈ। ਹੇ ਸੱਚੇ ਪਾਤਸ਼ਾਹ, ਦੁੱਖ ਦੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਸੁੱਖ ਦੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ। ਕਿਉਂ? ਉਹਨੂੰ ਪਤਾ ਹੈ ਵੀ ਦੁੱਖ ਸੁੱਖ ਉਹਦੇ ਹੁਕਮ ਨਾਲ ਆਉਂਦਾ, ਦੂਜਾ ਮੈਨੂੰ ਕੌਣ ਦੁੱਖ ਦੇ ਸਕਦਾ ਹੈ? ਉਹਦੇ ਹੁਕਮ ਨਾਲ ਹੀ ਸਭ ਕੁਛ ਹੋ ਰਿਹਾ ਹੈ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਈ ਵਾਰੀ ਤੁਸੀਂ ਦੇਖਿਆ ਨਾ, ਤੁਸੀਂ ਝਾੜੂ ਫੇਰਿਆ, ਮਿੱਟੀ ਜੋ ਕਾਗਜ਼ ਐਰਾ ਵਗੈਰਾ ਸੀ ਉਹ ਤੁਸੀਂ ਹੂੰਝਤਾ ਹੈ, ਫਿਰ ਪੋਚਾ ਕਿਉਂ ਫੇਰਦੇ ਹੋ? ਵੀ ਜਿਹੜੀ ਮਿੱਟੀ ਥੋੜ੍ਹੀ ਬਹੁਤੀ ਵੀ ਫਰਸ਼ ਨੂੰ ਲੱਗੀ ਰਹਿ ਗਈ ਹੈ, ਉਹ ਵੀ ਸਾਫ਼ ਕਰ ਦਿੱਤੀ ਜਾਵੇ। ਮੈਂ ਪਾਪ ਕਰਨਾ ਛੱਡ ਦਿੱਤਾ ਹੈ, ਪਰ ਉਹ ਪਾਪ ਦਾ ਜਿਹੜਾ ਅਸਰ ਪੈ ਗਿਆ ਨਾ ਮਨ 'ਤੇ, ਉਹ ਹੈ ਹੂੰ, ਉਹ ਹੂੰ ਵੀ ਖਤਮ ਕਰਨੀ ਹੈ। ਇਹ ਅੰਦਰੋਂ ਮੈਂ ਭਾਵਨਾ ਖਤਮ ਕਰਨੀ। ਰੂੜੀ ਹੈ ਕਿਸੇ ਥਾਂ 'ਤੇ ਪਈ ਹੋਈ, ਆਪਾਂ ਸਾਰੀ ਰੂੜੀ ਚੱਕਤੀ, ਫਿਰ ਵੀ ਥਾਂ ਕਾਲੀ ਹੇਠ ਹੋ ਜਾਂਦੀ, ਕਾਲਖ ਲੱਗ ਜਾਏ। ਉਹ ਅਜੇ ਵੀ ਰੂੜੀ ਦਾ ਚੱਕੀ ਗਈ, ਉਹ ਹੂੰ ਅਜੇ ਵੀ ਹੈ, ਉਹ ਹੂੰ ਵੀ ਚੱਕਣੀ ਪੈਣੀ ਤਾਂ ਜਾ ਕੇ ਗੱਲ ਮੁੱਕਣੀ। ਇਹ ਤਾਂ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਕਿਉਂਕਿ ਗੁਰਬਾਣੀ ਕੇ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹਨ ਤੁਸੀਂ ਯਾਦ ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਹੌਲੀ ਹੌਲੀ ਉਹੋ ਜਿਹੇ ਹੁੰਦੇ ਜਾਓਗੇ। ਤੂੰ 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 ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦਾ ਕਰਦਾ ਕਬੀਰ ਸਿੰਘ ਤੂੰ ਹੋ ਗਿਆ ਮੈਂ, ਮੁਝ ਮੈਂ ਰਹਾ ਨਾ ਹੂੰ। ਹੁਣ ਮੇਰੀ ਜਿਹੜੀ ਮੈਂ ਭਾਵਨਾ ਸੀ ਉਹ ਖਤਮ ਹੋ ਗਈ, ਮੇਰੇ ਅੰਦਰ ਮੈਂ ਨਹੀਂ ਰਹੀ, ਕਿਉਂਕਿ ਹੁਣ ਸਾਰਾ ਤੂੰ ਹੀ ਹੋ ਗਿਆ। ਐਂ ਦਸਮ ਪਾਤਸ਼ਾਹ ਲਿਖਾ ਰਹੇ ਨੇ ਬਾਣੀ, ਉਹ ਤੂੰ ਹੀ 'ਤੇ ਆ ਕੇ ਬਸ ਲੱਗ ਗਏ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਬੋਲੀ ਗਏ, ਲਿਖਣਾ ਲਿਖੀ ਗਏ। ਬਈ ਜਦੋਂ ਉਹਨਾਂ ਦੀ ਬਿਰਤੀ ਟੁੱਟੀ, ਕਹਿੰਦੇ ਭਾਈ ਕਿੰਨੀ ਵਾਰੀ ਲਿਖਿਆ ਗਿਆ? ਗਿਣਿਆ ਕਹਿੰਦੇ 16,000 ਵਾਰ ਲਿਖਿਆ ਗਿਆ ਹੈ। ਕਹਿੰਦੇ 16 ਵਾਰ ਰਹਿਣ ਦੇ, ਬਾਕੀ ਸਾਰਾ ਕੱਢ ਦੇ। ਕਿਉਂ? ਮੈਂ ਰਿਹਾ ਹੀ ਨਹੀਂ ਅੰਦਰ। ਜੇ ਗੁਰੂ ਨਾਨਕ ਜੀ ਤੋਲਦੇ ਤੋਲਦੇ 13 'ਤੇ ਆਏ, ਤੇਰਾ 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 ਕਰਦੇ ਪਾਈ ਜਾਂਦੇ ਦਾਣੇ। ਹੈ ਹੀ ਉਹਦਾ ਸਭ ਕੁਛ। ਉਹ ਬ੍ਰਹਮ ਗਿਆਨੀ ਸਨ, ਉਹਨਾਂ ਦੇ ਮੈਂ ਹੈ ਹੀ ਨਹੀਂ ਸੀ। ਕਿਉਂ? ਪਤਾ ਨਹੀਂ ਕਿੰਨੇ ਜਨਮਾਂ ਤੋਂ ਤੂੰ ਤੂੰ ਕਰਦੇ ਕਰਦੇ ਤੂੰ ਹੀ ਹੋ ਗਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਕਬੀਰ ਸਾਹਿਬ ਤੂੰ ਤੂੰ ਕਰਦਿਆਂ ਕਹਿੰਦੇ ਤੂੰ ਹੀ ਹੋ ਗਿਆ, ਮੇਰੇ ਅੰਦਰ ਹੂੰ, ਮੇਰੇ ਅੰਦਰ ਮੈਂ ਰਹੀ ਨਹੀਂ ਹੈਗੀ। ਜਬ ਆਪਾ ਪਰ ਕਾ ਮਿਟ ਗਿਆ, ਜਦੋਂ ਮੇਰੇ ਅੰਦਰ ਆਪਣਾ ਅਤੇ ਪਰਾਏ ਦਾ ਫਰਕ ਮਿਟ ਗਿਆ, ਹੁਣ ਆਪਣਾ ਰਿਹਾ ਹੀ ਨਹੀਂ। ਪਹਿਲਾਂ ਤਾਂ ਆਪਣਾ ਅਤੇ ਪਰਾਇਆ ਹੈ, ਮੇਰਾ ਹੈ, ਤੇਰਾ ਹੈ। ਹੁਣ ਕਹਿੰਦੇ ਤੂੰ ਤੂੰ ਕਰਦਿਆਂ ਤੂੰ ਹੀ ਹੋ ਗਿਆ, ਮੈਂ ਤਾਂ ਰਿਹਾ ਹੀ ਨਹੀਂ ਹੈਗਾ। ਆਪਾ ਪਰ ਕਾ ਮਿਟ ਗਿਆ, ਮੇਰੇ ਅੰਦਰੋਂ ਆਪਣਾ ਅਤੇ ਪਰਾਏ ਦਾ ਗੱਲ ਹੀ ਖਤਮ ਹੋ ਗਈ ਹੈ। ਜਬ ਦੇਖੋ ਤਬ ਤੂੰ, ਆਹੀ ਹੁਣ ਅੱਗੇ
जब आपा पर का मिट गया जत देखूं तत तू। मैं जिधर देखदा हुण तू ही दिसदा, बस हुण मैं नहीं दिस रहा, कहंदे हुण मैं जिधर वेखदा तू ही दिसदा। ਜਦੋਂ ਬੰਦਾ ਇਸ ਅਵਸਥਾ 'ਤੇ ਆਉਂਦਾ ਹੈ, ਫਿਰ ਬਾਣੀ 'ਚ ਵੀ ਲਿਖਿਆ ਹੋਇਆ ਨਾ ਵੀ ਜਿਹੜਾ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਸਭ ਪਰਮਾਤਮਾ ਹੀ ਪਰਮਾਤਮਾ ਹੈ, ਉਹਦੇ ਬਿਨਾਂ ਹੋਰ ਕੁਛ ਹੈ ਹੀ ਨਹੀਂ ਹੈ, ਕਿ ਉਹ ਦਵੈਤ ਭਾਵ ਖਤਮ ਹੋ ਗਈ ਹੈ, ਦੂਜਾਪਣ ਖਤਮ ਹੋ ਗਿਆ, ਇੱਕੋ ਹੀ ਰਹਿ ਗਿਆ ਬਸ। ਜਦੋਂ ਦੂਜਾਪਣ ਖਤਮ ਹੋ ਜਾਏ ਉਹ ਤਾਂ ਫਿਰ ਇੱਕੋ ਰਹਿ ਜਾਂਦਾ ਹੈ, ਅਤੇ ਇੱਕੋ ਪਰਮਾਤਮਾ ਹੀ ਹੈ। ਉਹਨੂੰ ਕਹਿੰਦੇ ਅਦਵੈਤ, ਹਿੰਦੀ ਵਾਲੇ ਕਹਿੰਦੇ ਅਦਵੈਤ। ਜਦੋਂ ਦਵੈਤ ਦੂਜਾਪਣ ਨਾ ਰਹੇ, ਅਦਵੈਤ। ਸੋ ਤਾਂ ਕਬੀਰ ਸਾਹਿਬ ਕਹਿੰਦੇ ਵੀ ਤੂੰ ਕਰ ਪਾ ਵਾਹਿਗੁਰੂ 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 ਕਰਦਾ ਬੰਦਾ ਵਾਹਿਗੁਰੂ ਰੂਪ ਹੀ ਹੋ ਜਾਂਦਾ, ਉਹਦਾ ਆਪਣਾ ਭਾਵ ਤਾਂ ਖਤਮ ਹੋ ਜਾਂਦਾ। ਹੁਣ ਕਹਿੰਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਆਪਣਾ ਅਤੇ ਬੇਗਾਨੇ ਦਾ ਭਾਵ ਖਤਮ ਹੋ ਗਿਆ, ਹੁਣ ਸਿਰਫ ਵਾਹਿਗੁਰੂ ਹੀ ਰਹਿ ਗਿਆ ਹੈ। ਇਸ ਲਈ ਮੈਂ ਕਹਿੰਦਾ ਜਿੱਧਰ ਵੇਖਦਾ ਇਹ ਪਰਮਾਤਮਾ ਤੂੰ ਹੀ ਵਿਖਾਈ ਦਿੰਦਾ। ਤਾਂ ਉੱਥੇ ਜਾ ਕੇ ਬਣ ਲਿਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਹੀਂ ਤਾਂ ਬੰਦਾ ਸੋਚਦਾ ਅੱਛਾ ਰੱਬ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ, ਅਤੇ ਆਹ ਜਿਹੜਾ ਇੰਨਾ ਕੁਛ ਦਿਸਦਾ ਇਹ ਕੀ ਹੈ ਨਾ। ਜਦੋਂ ਬੰਦਾ ਪੜ੍ਹਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵੀ ਸਭ ਪਰਮਾਤਮਾ ਹੀ ਪਰਮਾਤਮਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਅਤੇ ਸਾਨੂੰ ਤਾਂ ਪਰਮਾਤਮਾ ਤਾਂ ਦਿਸਦਾ ਨਹੀਂ, ਹੋਰ ਕੁਛ ਤਾਂ ਕਿੰਨਾ ਕੁਛ ਹੀ ਦਿਸਦਾ। ਅਤੇ ਉਹ ਕਹੇ ਇਹ ਹੈ ਨਹੀਂ, ਨਹੀਂ। ਬ੍ਰਹਮ ਗਿਆਨੀ ਉਸ ਅਵਸਥਾ 'ਤੇ ਪਹੁੰਚ ਜਾਏ ਜਦੋਂ ਉਹਨੂੰ ਇਹ ਬਾਹਰਲਾ ਸਰੀਰ ਨਹੀਂ ਦਿਸਦਾ, ਇਸ ਸਰੀਰ ਦੇ ਵਿੱਚ ਜਿਹੜਾ ਪਰਮਾਤਮਾ ਹੈ ਨਾ ਵਸਦਾ, ਉਹ ਦਿਸਦਾ ਬਸ। ਨਾਮਦੇਵ ਨੂੰ ਬਾਹਰੋਂ ਕੁੱਤਾ ਨਹੀਂ ਦਿਸਿਆ, ਸਾਨੂੰ ਕੁੱਤਾ ਦਿਸ ਰਿਹਾ। ਧਿਆਨ ਦੇਣਾ, ਜਦੋਂ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਬੰਦਾ ਸੋਚਦਾ ਕਿ ਗੋਬਿੰਦ ਤੋਂ ਬਿਨਾਂ ਹੋਰ ਕੁਛ ਨਹੀਂ। ਆਹ 84 ਲੱਖ ਜੂਨੀਆਂ ਨੇ ਅਤੇ ਗੁਰਬਾਣੀ ਕਹਿੰਦੀ ਉਸ ਤੋਂ ਬਿਨਾਂ ਹੋਰ ਕੁਛ ਹੈ ਨਹੀਂ। ਬੰਦਾ ਸ਼ਸ਼ੋ ਪੰਚ ਪੈ ਜਾਂਦਾ ਵੀ ਉਹਨੂੰ, ਕਿਉਂਕਿ ਇਹ ਗੱਲ ਉਹਦੀ ਸਮਝ ਤੋਂ ਜੇ ਉੱਪਰ ਹੈ, ਉਹਦੀ ਸਮਝ ਤੋਂ ਜੇ ਉੱਪਰ ਹੈ ਵੀ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਅਤੇ ਉਹ ਕਹਿੰਦਾ ਪਰਮਾਤਮਾ ਪਤਾ ਨਹੀਂ ਹੈ ਕਿ ਨਹੀਂ ਹੈ, ਹੋਰ ਕੁਛ ਤਾਂ ਬਹੁਤ ਸਭ ਕੁਛ ਹੈ ਨਾ। ਇਸ ਲਈ ਭਗਤਾਂ ਦੀਆਂ ਗੁਰੂਆਂ ਸਾਡੇ ਕੋਲ ਉਦਾਹਰਨਾਂ ਨੇ। ਨਾਮਦੇਵ ਜੀ ਰੋਟੀ ਪਕਾ ਰਹੇ ਨੇ, ਕੁੱਤਾ ਰੋਟੀ ਚੱਕ ਲੈ ਗਿਆ, ਸਾਡੇ ਲਈ ਕੁੱਤਾ ਹੈ ਕਿਉਂਕਿ ਸਾਨੂੰ ਉਹਦਾ ਬਾਹਰਲਾ ਸਰੂਪ ਹੀ ਦਿਸ ਰਿਹਾ ਕੁੱਤੇ। ਨਾਮਦੇਵ ਨੂੰ ਕੁੱਤੇ ਦੇ ਵਿੱਚ ਪਰਮਾਤਮਾ ਦਿਸ ਰਿਹਾ ਹੈ। ਉਹ ਕਹਿੰਦਾ ਪਰਮਾਤਮਾ ਕੁੱਤੇ ਦਾ ਰੂਪ ਧਾਰਨ ਕਰਕੇ ਆਇਆ ਹੈ, ਪਰਮਾਤਮਾ ਹੀ ਹੈ, ਇਹਨੇ ਸ਼ਕਲ ਕੁੱਤੇ ਦੀ ਬਣਾ ਲਈ ਹੈ। ਵੀ ਵੇ ਰੋਟੀ ਲੈ ਗਿਆ, ਚੋਪੜੀ ਅਜੇ ਹੈ ਨਹੀਂ, ਘਿਓ ਦਾ ਡੱਬਾ ਲੈ ਕੇ ਮਗਰ ਭੱਜੇ ਜਾਂਦਾ। ਭਗਵਾਨ ਜੀ ਠਹਿਰੋ, ਚੋਪੜ ਤਾਂ ਲੈਣ ਦਿਓ। ਲੋਕ ਤਾਂ ਮਾਹੌਲ ਉਡਾਉਂਦੇ ਹੋਣਗੇ, ਪਾਗਲ ਜਾ ਰਹੇ ਕੁੱਤੇ ਮਗਰ ਭੱਜੇ, ਭਗਵਾਨ ਜੀ ਭਗਵਾਨ। ਜਦੋਂ ਕਾਫੀ ਦੂਰ ਚਲੇ ਗਏ ਕੁੱਤਾ, ਹੁਣ ਭਗਵਾਨ ਨੇ ਦੇਖਿਆ ਯਾਰ ਤਾਂ 100% ਮੇਰੇ 'ਚ ਵਿਸ਼ਵਾਸ ਹੈ, ਕੁੱਤੇ ਨੇ ਭਗਵਾਨ ਦਾ ਰੂਪ ਧਾਰਨ ਕਰ ਲਿਆ ਅਤੇ ਨਾਮ ਦੇ ਦਰਸ਼ਨ ਦਿੱਤੇ। ਇਤਿਹਾਸ 'ਚ ਹੁੰਦਾ ਭਗਵਾਨ ਨੇ 72 ਵਾਰ ਨਾਮ ਦੇ ਦਰਸ਼ਨ ਦਿੱਤੇ, 72 ਵਾਰ। ਸੋ ਇਹ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕੁੱਤਾ ਤਾਂ ਹੈ, ਸਾਡੇ ਲਈ ਉਹ ਕੁੱਤਾ ਹੈ, ਭਗਤ ਲਈ ਉਹ ਪਰਮਾਤਮਾ ਹੈ। ਇਸ ਲਈ ਉਹਨੇ ਤਾਂ ਕਹਿਣਾ ਸਭ ਪਰਮਾਤਮਾ ਹੀ ਪਰਮਾਤਮਾ। ਉੱਤੇ ਦੇਖਣ ਨੂੰ ਬੰਦਾ ਹੈ ਜੀ, ਇਹ ਜਨਾਨੀ ਹੈ ਜੀ, ਇਹ ਪਸ਼ੂ ਹੈ ਜੀ, ਇਹ ਪੰਛੀ ਹੈ, ਇਹ ਫਲਾਣਾ ਹੈ। ਉਹਨਾਂ ਵਿੱਚ ਜਿਹੜਾ ਰੱਬ ਹੈ ਉਹ ਦਿਸਦਾ। ਜਿਵੇਂ ਮੈਂ ਪੇਟ ਦਾ ਅਲਟਰਾਸਾਊਂਡ ਕਰਾਉਣ ਗਿਆ, ਮਸ਼ੀਨ ਉੱਪਰਲੇ ਪੇਟ ਨੂੰ, ਮੇਰੀ ਚਮੜੀ ਨੂੰ ਨਹੀਂ ਵੇਖ ਰਹੀ, ਇਹ ਢਿੱਡ ਵਿੱਚ ਅੰਦਰ ਕੀ ਹੈ ਉਸ ਨੂੰ ਵੇਖ ਰਹੀ ਹੈ। ਸਾਨੂੰ ਨਹੀਂ ਦਿਸ ਰਿਹਾ, ਸਾਨੂੰ ਬਾਹਰੋਂ ਢਿੱਡ ਦਿਸ ਰਿਹਾ, ਇਹਦੇ ਵਿੱਚ ਕੀ ਉਹ ਨਹੀਂ ਦਿਸਦਾ। ਧਿਆਨ ਦੇਣਾ, ਸਾਨੂੰ ਬਾਹਰੋਂ ਹੀ ਢਿੱਡ ਦਿਸਦਾ ਨਾ, ਇਹਦੇ ਵਿੱਚ ਕੀ ਹੈ ਉਹ ਨਹੀਂ ਸਾਨੂੰ ਦਿਸਦਾ, ਉਹ ਨਹੀਂ ਦਿਸਦਾ। ਇਸ ਸਾਨੂੰ ਬਾਹਰੋਂ ਕੁੱਤਾ ਦਿਸ ਰਿਹਾ।
ਹੁਣ ਮਸ਼ੀਨ ਨੂੰ ਢਿੱਡ ਦੇ ਵਿੱਚ ਕੀ ਹੈ ਉਹ ਦਿਸ ਰਿਹਾ, ਢਿੱਡ ਦੇ ਵਿੱਚ ਕੀ ਹੈ ਉਹ ਉਹਨੂੰ ਦਿਸ ਰਿਹਾ ਮਸ਼ੀਨ ਨੂੰ, ਉਹਨੂੰ ਢਿੱਡ ਦਾ ਬਾਹਰਲਾ ਹਿੱਸਾ ਨਹੀਂ ਦਿਸ ਰਿਹਾ। ਜਦੋਂ ਸਾਡਾ ਕੋਈ ਐਕਸਰੇ ਲੈਂਦਾ ਹੈਗਾ ਤਾਂ ਬਾਹਰ ਜਿਹੜੀ ਸਾਡੀ ਛਾਤੀ ਹੈ ਨਾ, ਚਮੜੀ, ਇਹ ਨਹੀਂ ਵਿੱਚ ਆਉਂਦੀ, ਇਹਦੇ ਅੰਦਰ ਕੀ ਹੈ ਉਹ ਆਉਂਦਾ ਉਹਦੇ ਉੱਤੇ। ਇੱਥੋਂ ਤੁਹਾਨੂੰ ਸਮਝ ਆ ਜਾਏਗਾ ਬਈ ਭਗਤ ਨੂੰ ਸਾਡੇ ਅੰਦਰ ਜਿਹੜਾ ਭਗਵਾਨ ਹੈ ਉਹ ਦਿਸ ਰਿਹਾ, ਉਹਨੂੰ ਇਹ ਬਾਹਰਲਾ ਸਰੂਪ ਨਹੀਂ ਦਿਸ ਰਿਹਾ। ਸਾਨੂੰ ਬਾਹਰਲਾ ਸਰੂਪ ਦਿਸ ਰਿਹਾ, ਜਿਹੜਾ ਅੰਦਰ ਭਗਵਾਨ ਹੈ ਉਹ ਨਹੀਂ ਦਿਸ ਰਿਹਾ। ਬਸ ਇਹ ਫਰਕ ਹੈ। ਜਿਵੇਂ ਮਸ਼ੀਨ ਜਿਹੜੀ ਹੈ ਉਹਨੂੰ ਬਾਹਰਲਾ ਸਰੀਰ ਨਹੀਂ ਦਿਸਦਾ, ਉਹ ਅੰਦਰ ਕੀ ਹੈ ਉਹ ਉਹਨੂੰ ਦਿਸ ਰਿਹਾ ਹੈ। ਉਹਨੂੰ ਉਹ ਬਾਹਰਲਾ ਸਰੀਰ ਦੀ ਫੋਟੋ ਨਹੀਂ ਲੈਂਦੀ ਮਸ਼ੀਨ, ਅੰਦਰ ਸਰੀਰ ਦੇ ਕੀ ਹੈ ਉਹ ਹੈ। ਭਗਤ ਅੰਦਰ ਵੇਖਦਾ ਹੈ, ਅਸੀਂ ਬਾਹਰ ਵੇਖਦੇ ਹਾਂ। ਇਸ ਲਈ ਸਾਨੂੰ ਭਗਤਾਂ ਦੀ ਗੱਲ ਸਮਝ ਨਹੀਂ ਆਉਂਦੀ। ਉਦਾਹਰਨ ਮੈਂ ਇਸ ਲਈ ਦੇ ਵੀ ਸਾਨੂੰ ਸਮਝ ਆ ਜਾਏ ਵੀ ਜਿਵੇਂ ਮਸ਼ੀਨ ਸਾਡੇ ਅੰਦਰਲੇ ਸਿਸਟਮ ਨੂੰ ਵੇਖਦੀ ਹੈ, ਬਾਹਰਲੇ ਨੂੰ ਨਹੀਂ ਵੇਖ ਰਹੀ, ਇਹ ਗੋਰਾ ਕਿ ਕਾਲਾ, ਚਮੜੀ ਦੀ ਫੋਟੋ ਨਹੀਂ ਆਉਂਦੀ, ਅੰਦਰ ਆਂਤੜੀਆਂ ਦੀ, ਹੱਡੀਆਂ ਦੀ, ਜੋ ਕੁਛ ਅੰਦਰ ਹੈ ਉਹਦੀ ਫੋਟੋ ਆਉਂਦੀ ਹੈ। ਮਸ਼ੀਨ ਨੂੰ ਸਾਡਾ ਅੰਦਰ ਦਿਸਦਾ ਹੈ, ਬਾਹਰ ਨਹੀਂ ਦਿਸ ਰਿਹਾ। ਸਾਨੂੰ ਬਾਹਰ ਦਿਸਦਾ ਹੈ, ਅੰਦਰ ਨਹੀਂ ਦਿਸ ਰਿਹਾ। ਇਸ ਤਰ੍ਹਾਂ ਭਗਤ ਨੂੰ ਸਾਡੇ ਅੰਦਰ ਜੋ ਪਰਮਾਤਮਾ ਵਸਦਾ ਹੈ ਉਹ ਦਿਸਦਾ ਹੈ, ਸਾਨੂੰ ਬਾਹਰੋਂ ਸਰੀਰ ਦਿਸਦਾ ਹੈ। ਬਸ ਇਸ ਲਈ ਉਹ ਕਹਿੰਦੇ ਨੇ ਵੀ ਸਭ ਪਰਮਾਤਮਾ ਹੀ ਪਰਮਾਤਮਾ ਹੈ, ਕਿਉਂਕਿ ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਦਿਸ ਹੀ ਨਹੀਂ ਰਿਹਾ। ਇਸ ਲਈ ਕਹਿੰਦੇ ਨੇ। ਅਤੇ ਸਾਨੂੰ ਕਈ ਵਾਰੀ ਇਸ ਲਈ ਗੱਲ ਦੀ ਸਮਝ ਨਹੀਂ ਆਉਂਦੀ ਵੀ ਭਗਵਾਨ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਤਾਂ ਇਹ ਉਦਾਹਰਨ ਤੁਹਾਨੂੰ ਦਿੱਤੇ ਹੈ ਵੀ ਥੋੜ੍ਹਾ ਬਹੁਤ ਸਾਨੂੰ ਗੱਲ ਸਮਝ ਆ ਜਾਏ ਵੀ ਉਹ ਕਿਉਂ ਕਹਿੰਦੇ ਸਨ ਵੀ ਪਰਮਾਤਮਾ ਹੀ ਪਰਮਾਤਮਾ ਹੈ, ਹੋਰ ਕੁਛ ਹੈ ਹੀ ਨਹੀਂ। ਕਹਿੰਦੇ ਹੋਰ ਕੁਛ ਹੈ ਹੀ ਨਹੀਂ, ਕਿਉਂਕਿ ਉਹਨਾਂ ਨੂੰ ਅੰਦਰ ਦਿਸ ਰਿਹਾ ਹੈ, ਸਾਨੂੰ ਬਾਹਰੋਂ ਦਿਸ ਰਿਹਾ ਹੈ। ਬਾਹਰੋਂ ਦਿਸਣ ਕਰਕੇ ਸਾਡੇ ਲਈ ਅੱਡ ਅੱਡ ਸ਼ਕਲਾਂ, ਸੂਰਤਾਂ, ਸਭ ਕੁਛ ਹੈ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਬਿਕਾਰੈ ਚਿਤਵਤੇ, ਝੂਠੇ ਕਰਤੇ ਆਸ, ਮਨੋਰਥ ਕੋਇ ਨਾ ਪੂਰਿਓ, ਚਾਲੇ ਊਠ ਨਿਰਾਸ। ਬਿਕਾਰ ਬੁਰਾਈਆਂ ਨੂੰ ਕਹਿੰਦੇ ਨੇ, ਚਿਤਵਤ ਨਾਲ ਸੋਚਣਾ। ਕਬੀਰ ਬਿਕਾਰੈ ਚਿਤਵਤੇ, ਹਮੇਸ਼ਾ ਮਾੜੇ ਕੰਮ ਕਰਨ ਬਾਰੇ ਮਨੁੱਖ ਸੋਚਦਾ ਰਹਿੰਦਾ ਹੈ, ਬੁਰਾਈਆਂ ਕਰਨ ਬਾਰੇ ਸੋਚਦਾ ਰਹਿੰਦਾ ਹੈ। ਜਦੋਂ ਮੈਂ ਬੁਰੇ ਕੰਮ ਲਈ ਸੋਚੀ ਜਾਊਂਗਾ, ਇੱਕ ਦਿਨ ਬੁਰਾ ਕੰਮ ਕਰਨ ਵੀ ਲੱਗ ਜਾਊਂਗਾ। ਇਸ ਲਈ 80% ਲੋਕ ਬੁਰੇ ਹੋ ਗਏ ਹਨ, ਕਿਉਂ ਬੁਰਾ ਸੋਚਦੇ ਰਹਿਣਾ, ਹੌਲੀ ਹੌਲੀ ਬੁਰੇ ਕੰਮ ਕਰਨ ਲੱਗ ਜਾਣਾ। ਹੁਣ ਜਿੱਥੇ 80% ਬੁਰੇ ਹੋਣਗੇ, 20% ਚੰਗੇ ਹੋਣਗੇ, ਉਹ ਬੁਰਿਆਂ ਨੇ ਚੰਗਿਆਂ ਨੂੰ ਵੀ ਦੁਖੀ ਕਰੀ ਜਾਣਾ। ਉਹ ਆਪ ਤੇ ਦੁਖੀ ਹੈ ਨਹੀਂ ਹਨ, ਉਹਨਾਂ ਚੰਗਿਆਂ ਨੂੰ ਵੀ ਦੁਖੀ ਕਰੀ ਜਾਣਾ। ਉਹ ਤੇ ਦੁਖੀ ਹੈ ਨਹੀਂ ਹਨ, ਜਿਹੜੇ ਵੀ ਸੁਖੀ ਦਿਸ ਰਹੇ ਨੇ ਉਹਨਾਂ ਨੂੰ ਬੁਰੇ, ਚੋਰ ਹੈ ਉਹ ਚੋਰੀ ਕਰਕੇ ਲੈ ਗਿਆ, ਦੇਖੋ ਦੁਖੀ ਕੀਤੇ ਨਾ ਚੰਗੇ ਭਲੇ ਨੂੰ। ਡਾਕੂ ਹੈ, ਡਾਕਾ ਮਾਰ ਕੇ ਸਭ ਕੁਝ ਖੋਹ ਕੇ ਲੈ ਗਿਆ ਹੈ। ਦੂਜੇ ਜਿੰਨੇ ਪੁੱਠੇ ਕੰਮ ਕਰਨ ਵਾਲੇ ਹਨ, ਇਹ ਜਿਹੜੇ ਸਹੀ ਲੋਕ ਨੇ ਉਹਨਾਂ ਨੂੰ ਦੁਖੀ ਕਰਦੇ ਰਹਿੰਦੇ ਨੇ। ਬੁਰਾ ਬੁਰੇ ਨੂੰ ਦਿਨ ਘਰ ਨਹੀਂ ਜਾਂਦਾ, ਬੁਰਾ ਬੁਰੇ ਦੇ ਘਰ ਨਹੀਂ ਜਾਂਦਾ, ਬੁਰਾ ਚੰਗੇ ਨੂੰ ਦੇ ਘਰ ਹੀ ਜਾਂਦਾ ਨੁਕਸਾਨ ਪਹੁੰਚਾਉਣ ਲਈ। ਚੋਰ ਚੋਰ ਦੇ ਘਰ ਨਹੀਂ ਜਾਂਦਾ, ਡਾਕੂ ਡਾਕੂ ਦੇ ਘਰ ਨਹੀਂ ਜਾਂਦਾ ਵੀ ਡਾਕਾ ਮਾਰਨਾ। ਹੁਣ ਪਤਾ ਕਿ ਡਾਕੂ ਮੇਰੇ ਹੀ ਸਾਥੀ ਹੈ, ਚੋਰ ਨੂੰ ਪਤਾ ਇਹ ਚੋਰਾਂ ਦਾ ਘਰ ਹੈ, ਉਹਦੇ ਘਰ ਨਹੀਂ ਜਾਂਦਾ, ਉਹ ਸਾਧਾਂ ਦਾ ਹੀ ਆਉਂਦਾ। ਜਿਹੜੇ 20% ਚੰਗੇ ਲੋਕ ਨੇ, ਉਹ 80% ਮਾੜੇ ਲੋਕਾਂ ਕਾਰਨ ਉਹ ਵੀ ਵਿਚਾਰੇ ਦੁਖੀ ਹਨ, ਉਹ ਵੀ ਦੁਖੀ। ਇਸ ਲਈ ਨਾਨਕ ਦੁਖੀ ਆ ਸਭ ਸੰਸਾਰ ਹੈ। ਕਬੀਰ ਬਿਕਾਰ ਹੈ ਚਿਤਵਤੇ, ਝੂਠੇ ਕਰਤੇ ਆਸ। ਆਸ ਰਲਾਈ ਬੈਠੇ ਨੇ ਪਰ ਆਸਾਂ ਵੀ ਝੂਠੀਆਂ ਨੇ। ਵਿਕਾਰ ਸੋਚਦੇ ਨੇ, ਬੁਰਾਈਆਂ ਬਾਰੇ ਸੋਚਦੇ ਰਹਿੰਦੇ ਨੇ ਵੀ ਕਿਵੇਂ ਕਿਸੇ ਦਾ ਬੁਰਾ ਕਰੀਏ। ਚੋਰੀ ਕਰਕੇ, ਡਾਕਾ ਮਾਰ ਕੇ, ਕੋਈ ਟੂਣਾ ਕਰਕੇ, ਕੋਈ ਸੱਟ ਫੇਟ ਕਰ ਮਾਰ ਕੇ, ਕਿਸੇ ਦਾ ਝੂਠਾ ਮੁਕੱਦਮਾ ਚਲਾ ਕੇ ਸੋਚਦੇ ਰਹਿੰਦੇ ਵੀ ਕਿਵੇਂ ਇਹਦਾ ਬੁਰਾ ਕੀਤਾ ਜਾ ਸਕਦਾ ਹੈ।
ਫਿਰ ਹੁਣ ਝੂਠੇ ਦੀ ਆਸ ਵੀ ਤਾਂ ਝੂਠੀ ਹੋਵੇਗੀ। ਹਾਂਜੀ, ਫਿਰ ਚੰਗੀ ਇੱਛਾ ਤਾਂ ਹੈ ਹੀ ਨਹੀਂ ਅੰਦਰ, ਇੱਛਾ ਹੀ ਮਾੜੀ ਹੈ। ਜੋ ਚੰਗੀ ਇੱਛਾ ਹੀ ਕੋਈ ਨਹੀਂ ਤੇ ਪੂਰੀ ਕੀ ਹੋਣੀ ਹੈ। ਮਨੋਰਥ ਕੋਇ ਨਾ ਪੂਰਿਓ, ਕੋਈ ਇੱਛਾ ਉਹਦੀ ਪੂਰੀ ਨਾ ਹੋਈ। ਚਾਲੇ ਊਠ ਨਿਰਾਸ, ਅਤੇ ਨਿਰਾਸ ਹੋ ਕੇ ਸੰਸਾਰ ਤੋਂ ਚਲੇ ਗਏ। ਕਿਉਂ? ਪੁੱਠੇ ਕੰਮ ਕਰਦੇ ਰਹੇ, ਸੁੱਖ ਮਿਲੇ ਹੀ ਨਹੀਂ ਹੈਗੇ। ਅਤੇ ਜੋ ਕੁਛ ਕਰਨਾ ਚਾਹੁੰਦੇ ਸਨ ਉਸ 'ਚ ਵੀ ਉਹ ਕਾਮਯਾਬ ਨਾ ਹੋਏ। ਕਈ ਵਾਰੀ ਆਪਾਂ ਕਿਤੇ ਬੁਰਾ ਕਰਨਾ ਚਾਹੁੰਦੇ, ਕੋਈ ਜ਼ਰੂਰੀ ਨਹੀਂ ਕਿ ਅਸੀਂ ਕਰ ਸਕੀਏ, ਕਈ ਵਾਰੀ ਨਹੀਂ ਕਰ ਸਕਦੇ ਹੁੰਦੇ। ਸੋ ਇਸ ਲਈ ਮਨੁੱਖ ਜਿਹੜਾ ਹੈ ਬੁਰਾਈਆਂ ਬਾਰੇ ਸੋਚਦਾ ਰਹਿੰਦਾ ਹੈ, ਝੂਠੀਆਂ ਆਸਾਂ ਕਰਦਾ ਹੈ। ਮਨੋਰਥ ਹੁੰਦਾ ਮਨ ਦੀ ਇੱਛਾ, ਮਨੋ ਅਰਥ, ਦੋ ਸ਼ਬਦਾਂ ਤੋਂ ਬਣੇ। ਅਰਥ ਹੁੰਦਾ ਕੰਮ। ਕਿਤ ਅਰਥ ਤੂੰ ਆਇਆ, ਵੀ ਤੂੰ ਕਿਸ ਕੰਮ ਆਏ, ਗੁਰਬਾਣੀ 'ਚ ਆਉਂਦਾ। ਮਨੋਰਥ ਮਨ ਦਾ ਅਰਥ, ਮਨ ਦੀ ਇੱਛਾ। ਉਹ ਮਨ ਦੀ ਇੱਛਾ ਵੀ ਪੂਰੀ ਕੋਈ ਨਾ ਹੋਈ। ਹੁਣ ਇੱਛਾ ਪੂਰੀ ਨਹੀਂ ਸੀ, ਨਿਰਾਸ਼ ਹੋ ਗਿਆ ਹੈ, ਨਿਰਾਸ਼ ਹੀ ਸੰਸਾਰ ਤੋਂ ਉੱਠ ਕੇ ਚਲੇ ਗਿਆ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਕਬੀਰ ਹਰਿ ਕਾ ਸਿਮਰਨ ਜੋ ਕਰੈ। ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਵੀ ਸਿਮਰਨ ਕਰਦਾ ਨਾ, ਸੋ ਸੁਖੀਆ ਸੰਸਾਰ। ਸੰਸਾਰ ਰਾਰੇ ਨੂੰ ਸਿਹਾਰੀ ਲਾਈਏ, ਸੰਸਾਰ ਵਿੱਚ, ਉਹ ਸੰਸਾਰ ਵਿੱਚ ਸੁਖੀ ਹੁੰਦਾ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ। ਕਿਉਂ? ਦੁੱਖ ਕਿਉਂ ਨੇ ਸਾਡੀ ਜ਼ਿੰਦਗੀ 'ਚ? ਸਾਡੇ ਆਪਣੇ ਹੀ ਪਾਪ ਕਰਮਾਂ ਕਾਰਨ ਦੁੱਖ ਹੈ। ਸਿਮਰਨ ਕਰਨ ਨਾਲ ਉਹ ਪਾਪ ਕਰਮ ਖਤਮ ਹੋ ਜਾਂਦੇ ਨੇ, ਅਸੀਂ ਸੁਖੀ ਹੋ ਜਾਂਦੇ ਬਸ। ਇਸ ਲਈ ਸਿਮਰਨ ਕਰਨ ਵਾਲਾ ਸੁਖੀ ਰਹਿੰਦਾ ਹੈ, ਕਿਉਂਕਿ ਜੋ ਅਸੀਂ ਕਰਮ ਕੀਤੇ ਨੇ ਸਾਡੇ ਕਿਸੇ ਆਪਣੇ ਯਤਨ ਨਾਲ ਉਹ ਨਹੀਂ ਮਿਟਦੇ। ਜੋ ਅਸੀਂ ਕਰਮ ਕਰ ਲਏ ਮਾੜੇ, ਉਹਨਾਂ ਦਾ ਫਲ ਸਾਡੇ ਆਪਣੇ ਯਤਨਾਂ ਨਾਲ ਨਹੀਂ ਮਿਟੇਗਾ, ਉਹਨੂੰ ਬਾਣੀ ਜਾਂ ਪ੍ਰਮਾਤਮਾ ਦਾ ਨਾਮ ਹੀ ਮਿਟਾਏਗਾ। ਜਦੋਂ ਆਪਾਂ ਸਿਮਰਨ ਕਰਦੇ ਰਹੇ ਜਿਹੜਾ ਪਾਪ ਕਰਮ ਕੀਤਾ ਜਿਸ ਕਾਰਨ ਦੁੱਖ ਸੀ, ਉਹ ਪਾਪ ਕਰਮ ਹੀ ਖਤਮ ਹੋ ਗਿਆ, ਦੁੱਖ ਆਪਣੇ ਆਪ ਖਤਮ ਹੋ ਗਿਆ। ਇਸ ਲਈ ਅਸੀਂ ਸੁਖੀ ਹੋ ਗਏ ਬਸ। ਇਸ ਲਈ ਕਹਿੰਦੇ ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਕਬੀਰ ਸਾਹਿਬ ਕਹਿੰਦੇ ਜਿਹੜਾ ਵੀ ਪ੍ਰਮਾਤਮਾ ਦਾ ਸਿਮਰਨ ਕਰਦਾ ਨਾ, ਉਹ ਸੰਸਾਰ ਵਿੱਚ ਸੁਖੀ ਹੋ ਜਾਂਦਾ। ਇਤ ਉਤ ਕਤੈ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਹੁਣ ਜਿਹੜਾ ਨਾਮ ਜਪਦਾ ਹੈ ਪ੍ਰਮਾਤਮਾ ਉਹਦੀ ਰੱਖਿਆ ਕਰਦਾ ਹੈ, ਕਿਉਂਕਿ ਉਹਦੀ ਜ਼ਿੰਮੇਵਾਰੀ ਹੋ ਗਈ ਹੈ। ਜਿਵੇਂ ਛੋਟਾ ਬੱਚਾ ਹੈ, ਉਹ ਆਪ ਕੁਛ ਨਹੀਂ ਕਰ ਸਕਦਾ, ਸਾਰੀ ਜ਼ਿੰਮੇਵਾਰੀ ਮਾਂ ਪਿਓ 'ਤੇ ਹੁੰਦੀ ਹੈ। ਜਦੋਂ ਵੱਡਾ ਹੁੰਦਾ, ਕੁਛ ਆਪ ਕਰਨ ਜੋਗਾ ਹੁੰਦਾ ਹੈ, ਉਦੋਂ ਜ਼ਿੰਮੇਵਾਰੀ ਥੋੜ੍ਹੀ ਘੱਟ ਜਾਂਦੀ ਹੈ। ਹੁਣ ਜਿਹੜਾ ਸਿਮਰਨ ਕਰਦਾ ਹੈ ਉਹ ਪਰਮਾਤਮਾ 'ਤੇ ਨਿਰਭਰ ਹੈ। ਫਿਰ ਪਰਮਾਤਮਾ ਨੂੰ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ, ਹਰ ਪ੍ਰਕਾਰ ਦੀ ਉਹਦੀ ਰੱਖਿਆ ਕਰਨੀ। ਭਾਈ ਮੇਰੀ ਭਜਨ ਬੰਦਗੀ ਕਰਦਾ ਰਹਿੰਦਾ, ਫਿਰ ਪਰਮਾਤਮਾ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਪਰਮਾਤਮਾ ਨੂੰ ਕਿਹਾ ਭਗਤ ਵਛਲ। ਵਛਲ ਹੁੰਦਾ ਪਿਆਰ ਕਰਨ ਵਾਲਾ। ਪਰਮਾਤਮਾ ਜਿਹੜਾ ਭਜਨ ਬੰਦਗੀ ਕਰਦਾ ਨਾ, ਉਹਨੂੰ ਪਿਆਰ ਕਰਦਾ ਹੈ। ਹੁਣ ਉਹ ਐਡੀ ਵੱਡੀ ਸ਼ਕਤੀ ਹੈ। ਤੁਸੀਂ ਆਪਣੇ ਬੱਚੇ ਨੂੰ ਪਿਆਰ ਕਰਦੇ ਹੋ, ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਤੁਸੀਂ ਉਸ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ। ਮੰਨ ਲਓ ਤੁਹਾਡਾ ਬੱਚਾ ਤੁਹਾਡੇ ਨਾਲ ਤੁਰਿਆ ਜਾ ਰਿਹਾ ਹੈ, ਉਹਦੇ ਪਰ ਕੁੱਤਾ ਪੈ ਗਿਆ ਵੀ ਇਹ ਵੱਢੂਗਾ, ਤੁਸੀਂ ਬੱਚੇ ਨੂੰ ਜਦ ਚੱਕ ਲੈਂਦੇ ਹੋ ਜਾਂ ਆਪਣੇ ਅਗਲੇ ਪਾਸੇ ਕਰ ਲੈਂਦੇ ਹੋ। ਜੇ ਕੁੱਤਾ ਅੱਗੋਂ ਆ ਰਿਹਾ ਉਹਨੂੰ ਫੜ ਕੇ ਪਿੱਛੇ ਕਰ ਲੈਣਾ ਆਪਣੇ, ਕੁੱਤਾ ਮੈਨੂੰ ਭਾਵੇਂ ਵੱਢੇ, ਮੇਰੇ ਬੱਚੇ ਨਹੀਂ ਵੱਢਣਾ ਚਾਹੀਦਾ। ਪਰ ਇਹ ਕਲਯੁੱਗ ਹੈ। ਅਸੀਂ ਨੌਕਰਾਣੀ ਪਿੰਡ ਰੱਖੀ, ਕੁੱਤੇ ਨੇ ਮਾਰਿਆ ਝਟਕਾ ਜੀ, ਕੁੱਤੇ ਦੀ ਸੰਗਲੀ ਟੁੱਟ ਗਈ, ਕੁੱਤਾ ਦਾ ਪੈ ਗਿਆ ਟੁੱਟ ਕੇ। ਉਹਨੇ ਆਪਣਾ ਬਚਾਅ ਕਰ ਲਿਆ, ਆਪਣਾ ਪੁੱਤਰ ਅੱਗੇ ਕਰਤਾ ਵੀ ਕੁੱਤਾ ਇਹਨੂੰ ਵੱਢੇ। ਉਹ ਇਹਨੂੰ ਕਹਿੰਦੇ ਕਲਯੁੱਗ।
ਮਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਛੋਟੇ ਪੁੱਤ ਨੂੰ ਅੱਗੇ ਕਰਤਾ, ਕੁੱਤਾ ਇਹਨੂੰ ਵੱਢੇ ਮੈਂ ਬਚ ਜਾ। ਮੈਂ ਲੈ ਪਹਿਲੀ ਮਾਂ ਮੈਂ ਵੇਖੀ ਹੈ, ਨਹੀਂ ਤਾਂ ਜੇ ਕੁੱਤਾ ਪੈ ਗਿਆ ਤਾਂ ਮਾਂ ਨੇ ਫਟਾਫਟ ਬੱਚੇ ਨੂੰ ਆਪਣੇ ਪਿੱਛੇ ਕਰ ਲੈਣਾ ਸੀ ਵੀ ਮੈਨੂੰ ਭਾਵੇਂ ਕੁੱਤਾ ਵੱਡੇ ਬੱਚੇ ਨੇ। ਇਹ ਕਲਯੁੱਗ ਦਾ ਪ੍ਰਭਾਵ ਪੈ ਗਿਆ। ਕਲਯੁਗੀ ਮਾਂ ਹੈ ਜੀ, ਕਲਯੁਗੀ ਬਾਪ ਹੈ। ਦੇਖੋ ਅੱਜ ਹੀ ਕਿੰਨੀ ਸ਼ਰਮਸਾਰ ਗੱਲ ਹੈ। ਬਾਪ ਹੈ, ਉਹਦੀ ਕੁੜੀ 3 ਸਾਲ ਦੀ ਹੈ, ਉਹਦੇ ਨਾਲ ਬਲਾਤਕਾਰ ਕੀਤਾ। ਦੱਸ, ਇਹ ਵੀ ਨਹੀਂ ਕੋਈ ਜਵਾਨ ਹੈ ਜੀ 15-16 ਸਾਲਾਂ ਦੀ ਹੈ, ਕੁੱਲ 3 ਸਾਲ ਦੀ ਹੈ। ਇਹਨੂੰ ਕਹਿੰਦੇ, ਫਿਰ ਹੈਡਿੰਗ ਹੁੰਦੇ ਕਲਯੁਗੀ ਬਾਪ ਨੇ ਐਂ ਕੀਤਾ। ਫਿਰ ਹੋ ਗਿਆ ਕਲਯੁਗ ਨਾ ਵੀ ਬਾਪ ਨੂੰ। ਫਿਰ ਮੈਂ ਸੋਚਿਆ ਇਹ ਬਾਪ ਜ਼ਰੂਰ ਨਸ਼ਈ ਹੋਵੇਗਾ, ਦੂਜਾ ਨਹੀਂ ਕੰਮ ਕਰ ਸਕਦਾ। ਵੈਸ਼ਨੂੰ ਬੰਦਾ ਤਾਂ ਅਜਿਹਾ ਕੰਮ ਹੀ ਨਹੀਂ ਕਰ ਸਕਦਾ। ਇਹ ਜ਼ਰੂਰ ਨਸ਼ਾ ਕਰਦਾ ਹੋਊਗਾ, ਅਤੇ ਨਸ਼ਈ ਦੇ ਸਾਹਮਣੇ ਨਾ ਕੋਈ ਭੈਣ ਹੈ, ਨਾ ਮਾਂ ਹੈ, ਨਾ ਕੁਛ ਵੀ ਨਹੀਂ ਹੈ। ਉਹ ਨਸ਼ੇ ਦੇ ਵਿੱਚ ਲੋਰ 'ਚ ਆਇਆ ਹੋਇਆ, ਉਹ ਕੁਛ ਵੀ ਕਰ ਸਕਦਾ ਹੈ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਉਹ ਇਸ ਸੰਸਾਰ 'ਚ ਸੁਖੀ ਹੁੰਦਾ। ਇਤੋਂ ਤਾਂ ਕਤੈ ਨਾ ਡੋਲੇ ਜਿਸ ਰੱਖੈ ਸਿਰਜਣਹਾਰ। ਉਹਨੂੰ ਪਤਾ ਮੈਂ ਪਰਮਾਤਮਾ ਦਾ ਸਿਮਰਨ ਕਰਦਾ, ਪਰਮਾਤਮਾ ਨੇ ਮੇਰੀ ਰੱਖਿਆ ਕਰਨੀ ਹੈ, ਇਸ ਲਈ ਉਹਦਾ ਮਨ ਡੋਲਦਾ ਨਹੀਂ ਹੈ। ਉਹ ਡੋਲਦਾ ਨਹੀਂ ਹੈ ਕਿਉਂਕਿ ਉਹਨੂੰ ਵਿਸ਼ਵਾਸ ਹੁੰਦਾ ਕਿ ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ। ਬਈ ਜਿੱਥੇ ਵੀ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪਰਮਾਤਮਾ ਉੱਥੇ ਮਿੱਤਰ ਬਣ ਕੇ ਸਹਾਇਤਾ ਕਰਦਾ, ਅਤੇ ਉਹ ਸਿਮਰਨ ਕਰਦਾ ਰਹਿੰਦਾ ਵੀ ਪਰਮਾਤਮਾ ਆਪੇ ਮੇਰੀ ਸਹਾਇਤਾ ਕਰੇਗਾ। ਇਸ ਲਈ ਉਹਦਾ ਮਨ ਡੋਲਦਾ ਨਹੀਂ ਹੈ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਹਾਣੀ ਕਦੇ ਤੂੰ ਦੇਖਿਆ ਉਹਨੇ ਸਰੋਂ ਦੇ ਲੈ ਜਾਓ, ਉਹ ਕੋਲੂ ਦੇ ਵਿੱਚ ਪੀੜਦੇ ਨੇ ਸਰੋਂ ਨੂੰ, ਉਹ ਕਹਾਣੀ ਹੁੰਦੀ ਹੈ। ਕਈ ਵਾਰੀ ਬੋਤਲ ਲਿਖੇ ਕੱਚੀ ਕਹਾਣੀ ਦਾ ਤੇਲ। ਜੇ ਮੈਨੂੰ ਕਈ ਸਾਲ ਹੋ ਗਏ, ਡਾਕਟਰ ਸੀ, ਉਹ ਕਹਿੰਦੇ ਤੁਸੀਂ ਸਰੋਂ ਦਾ ਤੇਲ ਨਹੀਂ ਵਰਤਣਾ, ਇਹ ਸਰੀਰ 'ਤੇ ਨਹੀਂ ਲਾਉਣਾ। ਮੈਂ ਕਿਉਂ? ਕਹਿੰਦੇ ਪਹਿਲਾਂ ਜਿਹੜੇ ਪੁਰਾਣੇ ਜ਼ਮਾਨੇ ਤੁਸੀਂ ਛੋਟੇ ਖੇਤੀਬਾੜੀ ਕਰਦੇ ਸੀ, ਕੋਲੂ 'ਤੇ ਆਪਾਂ ਸਰੋਂ ਪੀੜਦੇ ਸੀ, ਉਹ ਤੇਲ ਕੱਢਦੇ ਸੀ। ਉਹ ਪੀਪੇ 'ਚ ਤੇਲ ਪੈ ਗਿਆ ਹੈ, ਕਿੰਨੇ ਦਿਨ ਉਸੇ ਤਰ੍ਹਾਂ ਉਸ ਤੇਲ ਨੂੰ ਰੱਖਿਆ ਜਾਂਦਾ ਸੀ। ਜਿਹੜੀ ਵਿੱਚ ਮੈਲ ਹੁੰਦੀ ਸੀ ਹੌਲੀ ਹੌਲੀ ਹੇਠਾਂ ਬਹਿ ਜਾਂਦੀ ਸੀ, ਉੱਤੋਂ ਨਿਤਾਰ ਕੇ ਉਸ ਨੂੰ ਦੂਜੇ ਪੀਪੇ 'ਚ ਤੇਲ ਨੂੰ ਪਾ ਲਿਆ ਕਰਦੇ ਸਨ। ਉਹ ਨੁਕਸਾਨ ਨਹੀਂ ਸੀ ਕਰਦਾ। ਹੁਣ ਤੇਲ ਨੂੰ ਸਾਫ਼ ਕਰਨ ਲਈ ਤੇਜ਼ਾਬ ਪਾਇਆ ਜਾਂਦਾ ਇਹਦੇ ਵਿੱਚ, ਵੀ ਇੱਕਦਮ ਤੇਲ ਕਹ ਜਿੰਨਾ ਤੇਲ ਜ਼ਿਆਦਾ ਸਾਫ਼ ਤੁਹਾਨੂੰ ਦੱਸੇਗਾ ਨਾ, ਉਨਾ ਹੀ ਖਤਰਨਾਕ ਆ। ਉਹ 'ਚ ਜ਼ਿਆਦਾ ਤੇਜ਼ਾਬ ਪਾ ਕੇ ਉਹਨੂੰ ਸਾਫ਼ ਕੀਤਾ ਹੁੰਦਾ। ਰਿਫਾਈਨਡ ਆਇਲ ਹੈ ਜੀ ਉਹ। ਕਿ ਜਿਹੜਾ ਤੇਲ ਬਹੁਤ ਚਮਕੇ ਨਾ, ਉਹ ਸਮਝੋ ਇੱਕ ਖਤਰਨਾਕ ਹੈ। ਇਸ ਲਈ ਕਿ ਸਰੋਂ ਦੇ ਮਹਿਜ ਕੇ ਫਿਰ ਕੀ ਲਾਉਣਾ, ਕਿ ਨਾਰੀਅਲ ਦਾ ਤੇਲ ਲਾਉਣਾ ਜਾਂ ਨਾਰੀਅਲ ਦੇ ਤੇਲ ਹੀ ਸਿਰ 'ਤੇ ਲਾਉਣਾ, ਨਾਰੀਅਲ ਦਾ ਤੇਲ ਹੀ ਸਰੀਰ 'ਤੇ ਲਾਉਣਾ, ਸਰੋਂ ਦਾ ਤੇਲ ਨਹੀਂ ਲਾਉਣਾ। ਉਹ ਤਾਂ ਬਾਅਦ 'ਚ ਫਿਰ ਪਿਛਲੇ ਸਾਲ ਮੈਨੂੰ ਪਤਾ ਲੱਗੇ, ਮੈਨੂੰ ਤਾਂ ਸਰੋਂ ਵੈਸੇ ਹੀ ਐਲਰਜੀ ਕਰਦੀ। ਜਿਵੇਂ ਐਲਰਜੀ ਦੇ ਟੈਸਟ ਕਰਾਇਆ, ਉਹ 'ਚ ਆ ਗਿਆ ਸਰੋਂ ਦਾ ਸਾਗ, ਚਲਾਈ, ਇਹ ਐਲਰਜੀ ਕਰਦੇ। ਗਾਂ ਦਾ ਦੁੱਧ, ਇਹ ਮੈਨੂੰ ਐਲਰਜੀ ਕਰਦਾ। ਜਿਹੜਾ ਸਰਦੀਆਂ ਪਿੰਨੀਆਂ ਖਾਂਦੇ ਅਲਸੀ ਦੀਆਂ, ਅਲਸੀ ਮੈਨੂੰ ਐਲਰਜੀ ਕਰਦੀ ਹੈ। ਤਾਂ ਫਿਰ ਉਹ ਡਾਈਟੀਸ਼ਨ ਕਹਿੰਦੀ ਵੀ ਬਾਬਾ ਜੀ ਤੁਹਾਨੂੰ ਸਰਦੀ ਜ਼ਿਆਦਾ ਖੰਘ ਲੱਗਦੀ? ਮੈਂ ਹਾਂ ਜੀ। ਕਹਿੰਦੀ ਇਸ ਕਾਰਨ ਲੱਗਦੀ, ਸਰਦੀਆਂ ਸਰੋਂ ਦਾ ਸਾਗ ਖਾਂਦਾ ਕਿ ਨਹੀਂ ਜ਼ਿਆਦਾ, ਉਹ ਤੁਹਾਨੂੰ ਐਲਰਜੀ ਕਰਦੀ ਹੈ। ਗਾਂ ਦਾ ਦੁੱਧ ਵੀ ਤੁਹਾਨੂੰ ਐਲਰਜੀ ਕਰਦਾ ਹੈਗਾ। ਇਹ ਪਿੰਨੀਆਂ ਸਰਦੀਆਂ 'ਚ ਕਈ ਵਾਰੀ ਬੰਦਾ ਖਾਂਦਾ, ਬਜ਼ੁਰਗਾਂ ਨੂੰ ਜਿਹੜੇ ਅਲਸੀ ਖਾਣੀ ਚਾਹੀਦੀ ਹੈ, ਉਹ ਤੁਹਾਨੂੰ ਐਲਰਜੀ ਕਰਦੀ ਹੈ। ਤਾਂ ਕਹਾਵਤ ਹੈ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਮਾਂ ਸਵਾਦੀ। ਇੱਕੋ ਚੀਜ਼ ਸਾਰਿਆਂ ਲਈ ਇਕਸਾਰ ਨਹੀਂ ਹੋਇਆ ਕਰਦੀ। ਕਬੀਰ ਕਹਾਣੀ ਪੀੜ ਤੇ। ਹੁਣ ਇੱਥੇ ਕਾਹਦੀ ਕਹਾਣੀ ਹੈ? ਕਹਾਣੀ ਕਾਹਦੀ ਪੀੜ ਨਹੀਂ ਹੈ? ਜੋ ਅਸੀਂ ਮਾੜੇ ਕਰਮ ਕੀਤੇ ਫਿਰ ਉਹਦੀ ਸਾਨੂੰ ਮਿਲਦੀ ਸਜ਼ਾ। ਹੁਣ ਕਹਾਣੀ 'ਚ ਪੀੜ ਪਾ ਸਾਨੂੰ ਸਜ਼ਾ ਦੇ ਰਹੇ ਸਨ। ਸਤਿਗੁਰ ਲੀਏ ਛਡਾਏ, ਗੁਰੂ ਨੇ ਆ ਕੇ ਸਾਨੂੰ ਛਡਾ ਲਿਆ। ਪਰਾ ਪੂਰਬਲੀ ਭਾਵਨੀ, ਪਰਾ ਪੂਰਬਲੀ ਹੁੰਦਾ
ਅੱਜ ਤੋਂ ਕਈ ਜਨਮ ਪਹਿਲਾਂ, ਅੱਜ ਤੋਂ ਕਈ ਜਨਮ ਪਹਿਲਾਂ ਜਿਹੜੀ ਸਾਡੀ ਗੁਰੂ ਪ੍ਰਤੀ ਸ਼ਰਧਾ ਸੀ ਨਾ, ਉਹਦਾ ਸਮਾਂ ਆ ਗਿਆ, ਉਹ ਸ਼ਰਧਾ ਪ੍ਰਗਟ ਹੋ ਗਈ, ਉਹ ਪ੍ਰਗਟ ਹੋ ਗਈ ਅਤੇ ਗੁਰੂ ਨੇ ਕਦੇ ਸਾਡੀ ਰੱਖਿਆ ਕੀਤੀ, ਸਾਨੂੰ ਉਸ ਕਹਾਣੀ ਪੀੜ ਦੇਣ ਸਾਨੂੰ ਛਡਾ ਲਿਆ ਵੇ, ਭਾਈ ਤਾਂ ਮੇਰਾ ਸਿੱਖ ਹੈ, ਛੱਡੋ ਇਸ ਨੂੰ। ਸੋ ਕਿਸੇ ਵੇਲੇ ਵੀ ਅਸੀਂ ਪਰਮਾਤਮਾ ਦਾ ਨਾਮ ਜਪਿਆ, ਬਾਣੀ ਪੜ੍ਹੀਏ, ਗੁਰੂ ਨੂੰ ਪਿਆਰ ਕੀਤਾ ਹੈ, ਆਪਾਂ ਨੂੰ ਨਹੀਂ ਪਤਾ ਹੁੰਦਾ, ਉਹ ਤਾਂ ਜਾਣੀ ਜਾਣ ਹੁੰਦੇ ਨੇ। ਜਦ ਮੈਂ ਪਹਿਲੀ ਵਾਰੀ ਸੰਤ ਸੀਤਲ ਸਿੰਘ ਮਹਾਰਾਜ ਨੂੰ 1996 'ਚ ਮਿਲਿਆ, ਉਹ ਦੂਰੋਂ ਨਾ ਵੇਖਿਆ, ਹਾਲਾਂਕਿ 95 ਸਾਲ ਦੇ ਸਨ ਉਸ ਵੇਲੇ। ਉਹ ਬਜ਼ੁਰਗ ਹੋਣ ਦੇ ਨਾਤੇ ਵੀ ਖੜ੍ਹੇ ਹੋ ਗਏ, ਮੈਂ ਗਿਆ, ਮੈਨੂੰ ਜੱਫੀ ਪਾਈ, ਉਹਨੇ ਬੜਾ ਪਿਆਰ ਕੀਤਾ, ਆਪਣੇ ਨਾਲ ਬਿਠਾਇਆ। ਜਦ ਮੈਂ ਆ ਗਿਆ, ਉਹਨਾਂ ਦੇ ਸੇਵਕ ਪੁੱਛਦੇ ਵੀ, ਉਹ ਗਿਆਨੀ ਜੀ ਉਹਨਾਂ ਨੂੰ ਕਹਿੰਦੇ, ਗਿਆਨੀ ਜੀ ਵੀ ਤੁਸੀਂ ਭਿੰਡਰ ਸਾਹਿਬ ਨੂੰ ਇੰਨਾ ਪਿਆਰ ਕੀਤਾ, ਸਾਨੂੰ ਤਾਂ ਕਦੇ ਇੰਨਾ ਕੀਤਾ ਨਹੀਂ ਹੈਗਾ। ਕਹਿੰਦੇ ਭਾਈ ਇਹਨੂੰ ਨਹੀਂ ਪਤਾ ਭਿੰਡਰ ਸਾਹਿਬ ਨੂੰ ਅਜੇ, ਅਸੀਂ ਪਹਿਚਾਣਿਆ ਵੀ 300 ਸਾਲ ਪੁਰਾਣਾ ਸਾਡਾ ਸਾਥੀ ਆ ਰਿਹਾ ਸਾਨੂੰ ਮਿਲਣ, ਇੰਨਾ ਪੁਰਾਣਾ ਸਾਡਾ ਸਾਥੀ ਹੈ, ਇਸੇ ਸਾਨੂੰ ਬੜੀ ਖੁਸ਼ੀ ਹੋਈ, ਅਸੀਂ ਖਲੋ ਕੇ ਜੱਫੀ ਪਾ ਕੇ ਉਹਨਾਂ ਨੂੰ ਮਿਲੇ। ਕਹਿੰਦੇ ਮੈਂ ਭਾਈ ਬਚਿੱਤਰ ਸਿੰਘ ਸੀ, ਜਿਹਨੇ ਸ਼ਰਾਬੀ ਹਾਥੀ ਨੂੰ ਮਾਰਿਆ ਸੀ। ਇਹ ਭਿੰਡਰ ਸਾਹਿਬ ਉਦੋਂ ਭਾਈ ਮਨੀ ਸਿੰਘ ਤੋਂ ਸੰਥਿਆ ਲੈਂਦੇ ਹੁੰਦੇ, ਪਾਠ ਸਿੱਖਦੇ ਹੁੰਦੇ ਸਨ। ਕਹਿੰਦੇ ਮੈਂ ਤਾਂ ਇਹਨਾਂ ਨੂੰ ਜਾਣਦਾ ਉਦੋਂ ਦਾ, ਹੁਣ ਇੰਨੇ 100 ਸਾਲਾਂ ਬਾਅਦ ਮੇਲ ਹੋਇਆ, ਪੁਰਾਣਾ ਸਾਥੀ ਪੁਰਾਣਾ ਹੀ ਹੁੰਦਾ ਕਹਿੰਦੇ ਹਨ। ਊਂ ਤਾਂ ਕਹਿੰਦੇ ਭੁੱਲ ਗਏ ਯਾਰ ਪੁਰਾਣੇ, ਨਵਿਆਂ ਦੇ ਸੰਗ ਲੱਗ ਕੇ, ਹੁਣ ਤਾਂ ਅਕਾਲ ਯੁੱਗ ਆ ਗਿਆ, ਪਰ ਨਹੀਂ, ਪੁਰਾਣਾ ਪੁਰਾਣਾ ਹੀ ਹੁੰਦਾ। ਸੋ ਇਸ ਲਈ ਕਿਸੇ ਸਮੇਂ ਗੁਰੂ ਨੂੰ ਪਿਆਰ ਕੀਤਾ, ਕਹਿੰਦੇ ਪਰਾ ਪੂਰਬਲੀ ਭਾਵਨੀ ਜਿਹੜੀ ਸੀ, ਸ਼ਰਧਾ ਸੀ ਗੁਰੂ ਪ੍ਰਤੀ, ਅੱਜ ਤੋਂ ਕਈ ਜਨਮ ਪਹਿਲਾਂ। ਕਹਿੰਦੇ ਜਦੋਂ ਕਹਾਣੀ 'ਚ ਲੱਗੇ ਪੀੜਨ, ਸਜ਼ਾ ਦੇਣ ਲੱਗੇ, ਗੁਰੂ ਮਹਾਰਾਜ ਹਾਜ਼ਰ ਹੋ ਗਏ, ਕਹਿੰਦੇ ਮੈਨੂੰ ਉਸ ਸਜ਼ਾ ਤੋਂ ਬਚਾ ਲਿਆ। ਇਸ ਲਈ ਪਰਮਾਤਮਾ ਦਾ ਨਾਮ ਅਤੇ ਗੁਰੂ ਮਹਾਰਾਜ ਹਮੇਸ਼ਾ ਨਾਲ ਰਹਿੰਦੇ ਨੇ, ਇਹ ਔਖੇ ਸਮੇਂ ਸਾਡੀ ਸਹਾਇਤਾ ਕਰਦੇ ਨੇ। ਇਸ ਲਈ ਗੁਰੂ ਦਾ ਵੀ ਸਤਿਕਾਰ ਕਰੋ ਅਤੇ ਬਾਣੀ ਦਾ ਵੀ ਸਤਿਕਾਰ ਕਰੋ, ਕਿਉਂਕਿ ਗੁਰੂ ਜਿਹੜਾ ਸਾਡਾ ਹੁਣ ਬਾਣੀ ਹੈ, ਬਾਣੀ ਦਾ ਅਸੀਂ ਜਿੰਨਾ ਵੀ ਸਤਿਕਾਰ ਕਰ ਸਕੀਏ ਕਰਨਾ। ਆਪਾਂ ਬਾਣੀ ਨੂੰ ਹੀ ਆ ਕੇ ਮੱਥਾ ਟੇਕਦੇ ਨਾ, ਬਾਣੀ ਦਾ ਸਤਿਕਾਰ ਕਰਨਾ ਗੁਰੂ ਦਾ ਸਤਿਕਾਰ ਹੈ। ਗੁਰੂ ਪ੍ਰਤੀ ਸ਼ਰਧਾ ਭਾਵਨਾ ਰੱਖਣਾ, ਫਿਰ ਗੁਰੂ ਮਹਾਰਾਜ ਔਖੇ ਸੌਖੇ ਵੇਲੇ ਕੰਮ ਆਉਂਦੇ। ਸਤਿਕਾਰਯੋਗ ਸਾਧ ਸਿੰਘ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।